ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣ ਚੁੱਕੀ ਆ। ਸਰਕਾਰ ਕਿੰਨਾ ਹਾਲਾਤਾਂ ਦੇ ਵਿੱਚ ਬਣੀ, ਲੋਕਾਂ ਨੇ ਫਤਵਾ 92 ਸੀਟਾਂ ਤੇ ਦਿੱਤਾ ਤੇ ਬਾਕੀ ਪਾਰਟੀਆਂ ਨੂੰ ਜਿਸ ਤਰ੍ਹਾਂ ਖੂੰਜੇ ਲਾਇਆ ਗਿਆ, ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਬਣਦਾ। ਸਾਡੇ ਤੁਹਾਡੇ ਹੁੰਦਿਆਂ ਜਿਹੜਾ ਤੁਸੀਂ ਆਪਣੇ ਸਮੇਂ ਦੇ ਵਿੱਚ ਨਹੀਂ ਦੇਖਿਆ ਹੋਣਾ, ਅਸੀਂ ਆਪਣੇ ਸਮੇਂ 'ਚ ਨਹੀਂ ਦੇਖਿਆ, ਤੇ ਇਸ ਕਰਕੇ ਇਹਦੇ ਉੱਤੇ ਚਰਚਾ ਕਰਨੀ ਬਣਦੀ ਆ ਕਿ ਹੁਣ ਇਸ ਲੋਕਾਂ ਦੇ ਮੈਂਡੇਟ ਨੂੰ, ਲੋਕਾਂ ਦੇ ਵੱਲੋਂ ਦਿੱਤੇ ਫਤਵੇ ਨੂੰ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਸੰਭਾਲ ਕੇ ਰੱਖਦੀ ਆ। ਪੰਜਾਬ ਦੇ ਵਿੱਚ ਗੁੱਡ ਗਵਰਨੈਂਸ ਜਾਂ ਪੰਜਾਬ ਮਾਡਲ ਦਾ ਮਤਲਬ ਕੀ ਆ, ਇਸ ਉੱਤੇ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਹੜੀ ਇੱਕ ਬਦਲਾਅ ਵਾਸਤੇ ਜਿੱਤ ਹੈ, ਔਰ ਪੰਜਾਬ ਹਮੇਸ਼ਾ ਬਦਲਾਅ ਚਾਹੁੰਦਾ ਆਇਆ। ਜੇ ਹਰ ਵਾਰੀ ਜਦ ਪੰਜਾਬ ਦਾ ਇਤਿਹਾਸ ਦੇਖੀਏ ਤਾਂ ਬਦਲਾਅ ਦੀ ਲੀਡ ਇੱਥੋਂ ਹੀ ਹੋਈ ਹੈ, ਚਾਹੇ ਉਹ ਕਿਸਾਨੀ 'ਚ ਹੋਵੇ, ਚਾਹੇ ਉਹ ਚੋਣਾਂ 'ਚ ਹੋਵੇ। ਇਹ ਬਹੁਤੇ ਵਾਰੀ ਇਹੀ ਹੋਈ ਹੈ। ਅਤੇ ਉਹਦੇ ਵਿੱਚ ਹੁਣ ਐਤਕੀ ਕੀ ਹੋ ਗਿਆ ਸੀ, ਐਤਕੀ 5 ਧਿਰਾਂ ਖੜ੍ਹੀਆਂ ਹੋ ਗਈਆਂ ਸੀ, ਜਿਨ੍ਹਾਂ ਵਿੱਚੋਂ 3 ਧਿਰਾਂ ਨੂੰ ਮੁੱਖ ਗਿਣਿਆ ਜਾ ਰਿਹਾ ਸੀ। ਇੱਕ ਤਾਂ ਆਪਾਂ ਦੇਖ ਵੀ ਲਿਆ, ਜਿਹੜੀ ਇੱਕ ਧਿਰ ਦਾ ਤਾਂ ਬਿਲਕੁਲ ਹੀ ਉਹ ਸੀ, ਪਰ ਦੂਜੀ ਵੀ ਉਹਨਾਂ ਦੇ ਨਾਲ ਉਹ ਚਲੀ। ਇਹ ਜਿਹੜੇ ਲੋਕਾਂ ਨੇ ਦੇਖਿਆ ਵੀ ਇਹਨਾਂ 'ਚੋਂ ਕੋਈ ਵੀ ਕੁਛ ਨਹੀਂ ਕਰਕੇ ਰਾਜੀ, ਕਿਉਂਕਿ ਸਾਰਿਆਂ ਨੂੰ ਵਾਰ-ਵਾਰ ਦੇਖ ਚੁੱਕੇ ਸੀ। ਸੰਯੁਕਤ ਸਮਾਜ ਮੋਰਚਾ ਹੀ ਨਵਾਂ ਸੀ, ਬਾਕੀ ਤਾਂ ਸਾਰੀ ਪੁਰਾਣੀ ਸੀ ਕਿ ਧਿਰਾਂ ਭਾਵੇਂ 5 ਬਣ ਗਈਆਂ ਸੀ। ਸੋ ਲੋਕਾਂ ਨੇ ਦੇਖ ਲਿਆ ਵੀ ਸੰਯੁਕਤ ਸਮਾਜ ਮੋਰਚੇ ਦਾ ਦੇਖ ਲਿਆ ਵੀ ਇਹ ਤਾਂ ਕੁਛ ਬਹੁਤਾ ਕਰ ਨਹੀਂ ਸਕਦਾ, ਕਿਉਂਕਿ ਨਾ ਉਹਨਾਂ ਕੋਲ ਟਾਈਮ ਸੀ, ਨਾ ਉਹ ਜਿੰਨਾ ਟਾਈਮ ਸੀ ਉਹਨੂੰ ਔਰਗੇਨਾਈਜ਼ ਕਰ ਪਾਏ। ਉਹਦੇ 'ਚੋਂ ਲੋਕਾਂ ਦੀ ਬਿਲਕੁਲ ਹੀ ਉਮੀਦ ਟੁੱਟ ਗਈ ਹੈ। ਬਲਕਿ ਉਹ ਤਾਂ ਮੈਂ ਇਹ ਕਹਾਂਗਾ ਵੀ ਸੰਯੁਕਤ ਸਮਾਜ ਮੋਰਚਾ ਖੜਾ ਕਰਨਾ ਹੀ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇਹ ਬੀਜੇਪੀ ਦੀ ਲੋੜ ਸੀ ਕਿ ਇੱਕ ਤਾਂ ਵੋਟਾਂ ਟੁੱਟਣ, ਅਤੇ ਦੂਜੀ ਗੱਲ ਇਹ ਹੈ ਕਿ ਉਹ ਉੱਤਰਾਖੰਡ 'ਚ ਨਾ ਕੁਝ ਜਾ ਕੇ ਕਰ ਸਕਣ ਜਿਹੜਾ ਕਿਸਾਨ ਨੇ, ਕਿਉਂਕਿ ਕਿਸਾਨਾਂ ਦੀ ਜਿਹੜੀ ਏਕਤਾ ਹੈ ਉਹਦੇ ਕਰਕੇ ਉਹ ਜਿੱਤੇ ਸੀ। ਉਹ ਏਕਤਾ ਨੂੰ ਖਤਮ ਕਰਨਾ ਚਾਹੁੰਦੇ ਸੀ। ਆਹ ਏਮ ਸੀ। ਮੈਂ ਪਹਿਲਾਂ ਵੀ ਕਹਿੰਦਾ ਆਇਆ, ਕੋਈ ਅੱਜ ਦੀ ਗੱਲ ਨਹੀਂ ਵੀ ਇਹ ਵੱਡੀ ਗੇਮ ਇਹ ਹੈ ਕਿ ਉੱਥੇ। ਸੋ ਇਹ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਹੜੀ ਬਦਲਾਅ ਦੀ ਜਿੱਤ ਹੈ। ਲੋਕ ਬਦਲਾਅ ਚਾਹੁੰਦੇ ਨੇ, ਔਰ ਖਾਸ ਕਰਕੇ ਜਿਹੜਾ ਬਦਲਾਅ ਇਹ ਚਾਹੁੰਦੇ ਨੇ ਕਿ ਸਾਨੂੰ ਦਫ਼ਤਰਾਂ 'ਚ ਬਦੀਨ ਨਾ ਹੋਣਾ ਪਵੇ, ਸਾਨੂੰ ਔਖਾ ਨਾ ਹੋਣਾ ਪਵੇ, ਰੋਜ਼ ਸਾਰੀਆਂ ਬੇਇੱਜ਼ਤੀ ਹੁੰਦੀ ਹੈ। ਔਰ ਉਹ ਭਗਵੰਤ ਮਾਨ ਨੇ ਜਦ ਆਪਣਾ ਛੋਟਾ ਜਿਹਾ ਭਾਸ਼ਣ ਦਿੱਤਾ ਹੈ, ਬਾਈਟ ਕਹਿ ਲਓ, ਭਾਸ਼ਣ ਕਹਿ ਲਓ, ਬੜਾ ਘੱਟ ਸੀ, ਅਤੇ ਉਹਨੇ ਬੜੇ ਸੰਖੇਪ ਦੇ ਵਿੱਚ 4-5 ਗੱਲਾਂ ਉਹ ਲਿਸਟ ਕਰ ਗਿਆ, ਜਿਹੜੀਆਂ ਮੈਨੂੰ ਲੱਗਦਾ ਹੈ ਵੀ ਇਹਦਾ ਮਤਲਬ ਉਹਨਾਂ ਦੀ ਅਜੇ ਪੰਜਾਬ 'ਚ ਨਬਜ਼ ਤਾਂ ਹੈਗੀ ਹੈ, ਨਬਜ਼ 'ਤੇ ਹੱਥ ਤਾਂ ਹੈਗਾ। ਉਹਨੇ ਕਿਹਾ ਵੀ ਲੋਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਜਾਂਦੀਆਂ ਤੇ ਜੁੱਤੀਆਂ ਘਸ ਜਾਂਦੀਆਂ ਨੇ, ਦਫ਼ਤਰਾਂ 'ਚ ਜਾਂਦਾ ਕੰਮ ਨਹੀਂ ਹੁੰਦੇ। ਸਰਕਾਰ ਹੁਣ ਸੱਚਮੁੱਚ ਪਬਲਿਕ ਸਰਵੈਂਟ ਹੋਏਗੀ ਤੇ ਤੁਹਾਡੇ ਕੰਮ ਹੋਣਗੇ ਘਰਾਂ 'ਚ ਆ ਕੇ, ਤੁਹਾਨੂੰ ਨਹੀਂ ਜਾਣਾ ਪਏਗਾ। ਦੂਜਾ ਉਸਨੇ ਕਿਹਾ ਵੀ ਚਾਹੇ ਜਿਹੜੀ ਪਹਿਲੀ ਰਵਾਇਤ ਹੈ ਵੀ ਜਿਹੜੇ ਤੁਹਾਡੇ ਵਿਰੋਧੀ ਨੇ ਪਿੰਡ 'ਚ ਨੇ, ਸ਼ਹਿਰ 'ਚ ਨੇ, ਕੁਛ ਤਾਂ ਹੁੰਦੇ ਹੀ ਨੇ ਜਿਨ੍ਹਾਂ ਨੇ ਵੋਟ ਤੁਹਾਨੂੰ ਹੋਏ, ਵੀ ਚਾਹੇ ਤੁਸੀਂ ਸਾਨੂੰ ਵੋਟ ਪਾਈ ਚਾਹੇ ਨਹੀਂ, ਜਿਨ੍ਹਾਂ ਨੇ ਸਾਨੂੰ ਨਹੀਂ ਵੀ ਵੋਟ ਪਾਈ, ਕੰਮ ਉਹਨਾਂ ਦੇ ਵੀ ਹੋਣਗੇ। ਇਹ ਨਹੀਂ ਹੈ ਕਿ ਉਹਨਾਂ ਦਾ ਕੰਮ ਨਾ ਹੋਵੇ। ਆਮ ਤੌਰ 'ਤੇ ਇਹ ਨਾ ਵੀ ਜਿਹੜੀ ਪਾਰਟੀ ਦੇ ਨਾਲ ਨੇ ਉਹਨਾਂ ਦੇ ਕਾਰਡ ਵੀ ਬਣ ਗਏ, ਸਭ ਕੁਝ ਬਣ ਗਿਆ, ਦੂਜੇ ਦਾ ਬਣਦਾ ਨਹੀਂ ਹੈ, ਫਿਰ ਉਹ ਪੈਸੇ ਦੇਵੇ। ਉਹਨੇ ਦੂਜੀ ਗੱਲ ਅੰਡਰਲਾਈਨ ਕਰੀ ਹੈ, ਮੈਂ ਕਹਾਂਗਾ ਇਹ ਬਹੁਤ ਅੱਛੀ ਗੱਲ ਹੈ। ਤੀਜੀ ਗੱਲ ਉਹਨੇ ਇਹ ਵੀ ਕਿਹਾ ਕਿ ਜਿਹੜੀ ਇਹ ਜਿੱਤ ਹੈ ਇਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਇੱਕ ਪਾਸੇ ਸ਼ਹੀਦ ਭਗਤ ਸਿੰਘ ਹੋਰੀ ਜਿਨ੍ਹਾਂ ਨੇ ਸਾਨੂੰ ਇਹ ਚੋਣਾਂ ਲੜਨ ਲਾਇਆ, ਅਤੇ ਇੱਕ ਪਾਸੇ ਬਾਬਾ ਡਾਕਟਰ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਦਾ ਡਰਾਫਟ ਦੀ ਕਮੇਟੀ ਦੇ ਚੇਅਰਮੈਨ ਸੀਗੇ। ਇਹ ਬਹੁਤ ਵੱਡੀ ਗੱਲ ਹੈ, ਅਸੀਂ ਦੋਹਾਂ ਦੀ ਕਦਰ ਕਰਦੇ ਹਾਂ। ਇਸ ਕਰਕੇ ਸਾਡੇ ਦਫ਼ਤਰਾਂ 'ਚ ਹੁਣ ਕਿਸੇ ਵਿਅਕਤੀ ਦੀ ਹੋਰ ਦੀ ਫੋਟੋ ਨਹੀਂ ਹੋਏਗੀ, ਇਹਨਾਂ ਦੀ ਹੋਏਗੀ। ਇਹ ਬਹੁਤ ਵੱਡੀ ਗੱਲ ਹੈ। ਇਸ ਤੋਂ ਅੱਗੇ ਉਹਨਾਂ ਨੇ ਕਿਹਾ ਵੀ ਅਸੀਂ ਦਿੱਲੀ ਤੋਂ, ਬਹੁਤ ਸਾਰੇ ਲੋਕ ਕਹਿੰਦੇ ਤਾਂ ਜੀ ਦਿੱਲੀ 'ਚ ਥੱਲੇ ਲੱਗੇ ਨੇ ਫਲਾਣੇ, ਉਹਨਾਂ ਨੇ ਕਿਹਾ ਦਿੱਲੀ ਤੋਂ ਅਸੀਂ ਬਹੁਤ ਕੁਝ ਸਿੱਖਾਂਗੇ ਅਤੇ ਸਾਤੋਂ ਦਿੱਲੀ ਬਹੁਤ ਕੁਝ ਸਿੱਖੇਗੀ। ਇਹ ਇੱਕ ਮਿਊਚੁਅਲ ਰਿਲੇਸ਼ਨਸ਼ਿਪ ਦੀ ਗੱਲ ਹੈ। ਇਹ ਹਮੇਸ਼ਾ ਹੀ ਅਸੀਂ ਕਹਿੰਦੇ ਹਾਂ, ਜਿਹੜਾ ਟੀਚਰ ਆ, ਜੇ ਟੀਚਰ ਵੀ ਹੈ ਤਾਂ ਵੀ ਉਹ ਸਟੂਡੈਂਟ ਤੋਂ ਸਿੱਖਦਾ ਹੈ। ਅਸੀਂ ਮਰੀਜ਼ਾਂ ਤੋਂ ਸਿੱਖਦੇ ਹਾਂ ਅਤੇ ਮਰੀਜ਼ ਸਭ ਤੋਂ ਸਿੱਖਦਾ ਹੈ, ਸਟੂਡੈਂਟ ਸਾਡਾ ਸਭ ਤੋਂ ਸਿੱਖਦਾ ਹੈ। ਸੋ ਇਸ ਕਰਕੇ ਮੈਨੂੰ ਲੱਗਿਆ ਵੀ ਜਿਹੜੀਆਂ ਉਹਨੇ 4-5 ਗੱਲਾਂ, ਫਿਰ ਉਹਨੇ ਆਖਿਆ ਵੀ ਅਸੀਂ ਜੋਬ ਕ੍ਰੀਏਸ਼ਨ ਕਰਾਂਗੇ। ਲੋਕਾਂ ਨੂੰ ਔਖਾ ਜਿਹੜਾ ਤੁਹਾਡਾ ਇਹ ਹੈ ਨਾ ਵੀ ਤੁਸੀਂ ਔਰ ਬਹੁਤ ਸੋਹਣੀ ਗੱਲ ਕਹੀ ਜਿਹੜੀ ਕਿ ਉਹਨੇ ਜਵਾਬ ਦਿੱਤਾ ਸੀ, ਐਕਚੁਅਲ ਕੋਟ ਕਰਿਆ, ਕਹਿੰਦਾ ਮੇਰੇ ਅੱਗੇ ਅਤੇ ਪਿੱਛੇ ਬਹੁਤ ਸਾਰੇ ਮੋਟਰਸਾਈਕਲ ਸੀਗੇ ਅਤੇ ਮੈਨੂੰ ਦਿੱਲੀ ਦਾ ਪੱਤਰਕਾਰ ਕਹਿੰਦਾ ਵੀ ਕਮਾਲ ਹੈ, ਤਾਂ ਕਹਿੰਦਾ ਮੈਂ ਆਖਿਆ ਨਾ ਕੋਈ ਕਮਾਲ ਨਹੀਂ। ਇਹ ਨਿਸ਼ਾਨੀ ਹੈ ਕਿ ਲੋਕ ਬੇਰੁਜ਼ਗਾਰ ਨੇ। ਅੱਜ ਵਰਕਿੰਗ ਡੇ ਹੈ, ਇਹ ਸੈਚਰਡੇ ਸੰਡੇ ਨੂੰ ਆਏ ਹੁੰਦੇ ਤਾਂ ਮੈਨੂੰ ਖੁਸ਼ੀ ਹੁੰਦੀ ਵੀ ਮੇਰੇ ਨਾਲ ਆਏ ਨੇ। ਹੁਣ ਇਹ ਬੇਰੁਜ਼ਗਾਰ ਨੇ। ਇਹ ਇਹਨਾਂ ਮੋਟਰਸਾਈਕਲਾਂ 'ਤੇ ਨਹੀਂ ਹੋਣੇ ਚਾਹੀਦੇ, ਇਹ ਇਸ ਵਕਤ ਆਪਦੇ ਕੰਮ 'ਤੇ ਹੋਣੇ ਚਾਹੀਦੇ ਨੇ। ਅਤੇ ਮੇਰੀ ਇਹ ਪਹਿਲੀ ਪਹਿਲ ਹੋਊਗੀ ਸਾਡੀ ਵੀ ਅਸੀਂ ਇਹਨਾਂ ਨੂੰ ਕੰਮ 'ਤੇ ਕੰਮ ਦਈਏ, ਕੰਮ 'ਤੇ ਰੁਜ਼ਗਾਰ ਦਈਏ। ਸੋ ਇਹ ਗੱਲਾਂ ਮੈਨੂੰ ਐਂ ਲੱਗਦਾ ਹੈ ਵੀ ਇਹ ਗੱਲਾਂ ਅਨਲਿਸਟ ਕਰਤੀਆਂ। ਇਹ ਗੁੱਡ ਗਵਰਨੈਂਸ ਦੇ ਪਾਰਟ ਨੇ ਕਾਫੀ।
ਤੇ ਗੁੱਡ ਗਵਰਨੈਂਸ। ਹਾਂਜੀ ਸੋ ਇਹਨਾਂ ਤੇ ਉੱਠਦਾ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ, ਪਹਿਲਾਂ ਵੀ ਉੱਠਦੇ ਰਹੇ, ਹੁਣ ਫੇਰ ਉੱਠਦੇ ਨੇ ਕਿ ਲੋਕ ਕਹਿੰਦੇ 5 ਸਾਲ ਦੇ ਮੌਕਾ ਦੇ ਕੇ ਦੇਖ ਲੈਣ, ਲੋਕਾਂ ਨੂੰ ਵੀ ਪਤਾ ਲੱਗ ਜਾਏਗਾ, ਕਿਉਂਕਿ ਉਹੀ ਗੱਲ ਹੋਣੀ ਆ ਜਿਹੜੀ ਕਹਿੰਦੇ ਦਿੱਲੀ ਦੇ ਵਿੱਚ ਹੁੰਦੀ ਆਈ ਆ। ਇਹ ਕੇਂਦਰ ਦੇ ਨਾਲ ਮਿਲ ਕੇ ਸਾਰੇ ਚੱਲਦੇ ਨੇ। ਇਹ ਅਜੀਤ ਡੋਵਾਲ ਹੋ ਗਏ ਜਿਹੜੇ ਕੌਮੀ ਸੁਰੱਖਿਆ ਸਲਾਹਕਾਰ ਨੇ, ਤੇ ਮੋਦੀ ਸਾਹਿਬ ਤੇ ਸ਼ਾਹ, ਇਹ ਕਹਿੰਦੇ ਤਿਕੜੀ ਨੇ ਰਲ ਕੇ ਇਹ ਸਾਰਾ ਕੁਝ ਕੀਤਾ, ਪੰਜਾਬ ਦੇ ਵਿੱਚ ਪਲਾਂਟ ਕੀਤਾ ਇਹਨਾਂ ਨੂੰ ਲਿਆ ਕੇ। ਕੁਝ ਇਹੋ ਜਿਹਾ ਜਿਹੜਾ ਲਗਾਤਾਰ ਚਰਚਾਵਾਂ ਵਿੱਚ ਹੈ, ਕਈ ਸੀਨੀਅਰ ਪੱਤਰਕਾਰ ਵੀ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ। ਦੇਖੋ, ਇਹ ਚਰਚਾਵਾਂ ਦੇ ਵਿੱਚ ਜਿਵੇਂ ਜਿਹੜੀ ਬੀਜੇਪੀ ਹਰ ਗੱਲ ਨੂੰ ਪੇਸ਼ ਕਰਦੀ ਹੈ ਕੌਨਸਪੀਰੇਸੀ ਬਣਾ ਕੇ, ਵੀ ਇਹ ਤਾਂ ਜੀ ਝੂਠ ਹੀ ਬੋਲਦੇ ਨੇ, ਕਿਉਂਕਿ ਆਪ ਉਹੋ ਜਿਹੇ ਕੰਮ ਕਰਦੇ ਨੇ। ਜਿਹੜਾ ਆਪ ਕਰਦੇ ਨੇ ਉਹ ਲੋਕਾਂ ਤੇ ਦੋਸ਼ ਲਾਉਂਦੇ ਨੇ। ਉਹ ਮੰਨ ਹੀ ਨਹੀਂ ਸਕਦੇ ਵੀ ਕੋਈ ਬੰਦਾ ਇਮਾਨਦਾਰ ਵੀ ਹੋ ਸਕਦਾ, ਚੰਗਾ ਵੀ ਹੋ ਸਕਦਾ। ਇੱਕ ਤਾਂ ਗੱਲ ਇਹ ਹੈ। ਦੂਜਾ, ਜੇ ਉਹ ਪਲਾਂਟ ਕਰਨ ਦੀ ਗੱਲ ਕਰਦੇ ਨੇ, ਬੀਜੇਪੀ ਨੇ ਕਾਹਦਾ ਪਲਾਂਟ ਕਰਨਾ? ਬੀਜੇਪੀ ਕੋਲ ਤਾਂ ਐਡੀ ਵੱਡੀ ਪਾਰਟੀ ਹੈ। ਹੁਣ ਵੀ ਜੇ ਪਲਾਂਟ ਕਰੇ ਹੁੰਦੇ ਕਦੇ ਪੰਜਾਬ 'ਚ ਹੀ ਕਰਨੇ ਸੀ। ਪੰਜਾਬ 'ਚ ਤਾਂ ਬੀਜੇਪੀ ਪੈਰ ਪਸਾਰਨਾ ਚਾਹੁੰਦੀ ਸੀ ਹਰ ਤਰੀਕੇ ਨਾਲ, ਉਹ ਪੈਰ ਪਸਾਰ ਹੀ ਨਹੀਂ ਸਕੀ। ਉਹਦੀਆਂ ਤਾਂ ਜਿਹੜਾ, ਜੇ ਅਸੀਂ ਦੇਖੀਏ ਤੁਹਾਡੇ ਖਿਆਲ 'ਚ ਵੀ ਬੀਜੇਪੀ ਯੂਪੀ ਜਿੱਤੇਗੀ ਤੇ ਉਰੇ ਆਪਦੀ ਜਿਹੜੀ ਪ੍ਰਤੀ ਸੀਟ ਵੋਟ ਹੈ, ਪ੍ਰਤੀ ਸੀਟ ਪਹਿਲਾਂ 23 ਸੀਟਾਂ ਦੇ ਉੱਤੇ 5.6% ਵੋਟ ਲਈ ਸੀ ਬੀਜੇਪੀ ਨੇ। ਯਾਨੀ ਕਿ ਜੇ ਆਪਾਂ ਦੇਖੀਏ 4 ਸੀਟਾਂ ਪਿੱਛੇ 1% ਵੋਟ, ਤੇ ਐਤਕੀ ਉਹਨੇ 73 ਸੀਟਾਂ ਪਿੱਛੇ 6% ਵੋਟ ਲਈ ਹੈ। ਯਾਨੀ ਕਿ 12 ਸੀਟਾਂ ਤੋਂ ਦੇ ਵਾਸਤੇ 1 ਵੋਟ ਘਟੀ ਨਾ, ਸੀਟ ਪ੍ਰਤੀ ਸੀਟ। ਸੋ ਇਹ ਬੀਜੇਪੀ ਇਹ ਨਹੀਂ ਕਰੇਗੀ ਵੀ ਆਪਦੀ ਵੋਟ ਘਟਾਵੇ। ਬੀਜੇਪੀ ਆਪਦਾ ਪਸਾਰਾ ਰੱਖਣਾ ਚਾਹੁੰਦੀ। ਜੇ ਇਹੀ ਹੁੰਦਾ ਫਿਰ ਬਾਕੀ ਜਗ੍ਹਾ ਤੇ ਵੀ ਕਰ ਦਿੰਦੀ। ਬਲਕਿ ਬੀਜੇਪੀ ਨੂੰ ਤਾਂ ਇਹ ਸੂਤ ਆਇਆ ਹੈ, ਸੰਯੁਕਤ ਸਮਾਜ ਮੋਰਚਾ ਖੜੀ, ਸਾਰੇ ਇੰਨੀਆਂ ਧਿਰਾਂ ਖੜੀਆਂ ਕਰਨ 'ਚ ਬੀਜੇਪੀ ਦਾ ਬਹੁਤ ਵੱਡੀ ਭੂਮਿਕਾ ਸੀ। ਉਹ ਭਾਵੇਂ ਆਪਦੀਆਂ ਵੋਟਾਂ ਵਧਾਉਣ ਦੀ ਤਾਂ ਸੀਗੀ, ਉਹ ਤਾਂ ਥੋੜ੍ਹੀ ਸੀ, ਪਰ ਵੱਡੀ ਇਹ ਸੀ ਵੀ ਕਿਸਾਨਾਂ ਦਾ ਏਕਾ ਤੋੜ ਦਿਓ ਤਾਂ ਕਿ ਬਾਕੀ ਸੂਬਿਆਂ ਦੇ ਵਿੱਚ, ਖਾਸ ਕਰਕੇ ਯੂਪੀ ਦੇ ਵਿੱਚ ਇਹ ਅਸਰ ਨਾ ਪਾ ਸਕਣ। ਤੇ ਯੂਪੀ 'ਚ ਨਹੀਂ ਪਾ ਸਕੇ ਅਸਰ। ਸੋ ਇੱਕ ਤਾਂ ਇਹ ਹੈ। ਦੂਜਾ ਇੱਕ ਇਹ ਵੀ ਹੈ ਵੀ ਜਿਹੜੀਆਂ ਮੈਨੂਪੂਲੇਸ਼ਨਸ ਨੇ, ਇਹਦੇ ਉੱਤੇ ਵੀ ਮੈਨੂੰ ਬੜਾ ਵੱਡਾ ਹੈਗਾ ਹੈ। ਬਾਹਰ ਦੀਆਂ ਤਾਂ ਜਦ ਅਸੀਂ ਦੇਖਦੇ ਹਾਂ ਵੀ ਜੇ ਤੁਹਾਨੂੰ 2 ਟਰੱਕ ਭਰੇ EVM ਦੇ ਮਿਲ ਜਾਂਦੇ ਨੇ ਤੇ ਤੁਸੀਂ ਉਹਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਨੂੰ ਵੈਲਿਡ ਕਹੀ ਜਾ ਰਿਹਾ ਹੈ, ਤੇ ਫਿਰ ਕਿਤੇ ਤਾਂ ਸਵਾਲ ਆਏਗਾ ਨਾ ਵੀ ਐਡੇ ਇੰਨੇ EVM ਬਹਾਨੇ 100 ਲਾ ਦੇਣਗੇ। ਦਫ਼ਤਰੀ ਨਹੀਂ ਜੀ, ਤੁਹਾਨੂੰ ਪਤਾ ਨਹੀਂ ਜੀ, ਇਹ ਅਸੀਂ ਆਹ ਕਰ ਰਹੇ ਸੀ, ਉਹ ਕਰ ਰਹੇ ਸੀ, ਸਾਰਾ ਕੁਝ ਟ੍ਰਾਂਸਫਰ। ਇਹਦਾ ਮਤਲਬ ਇਦੋਂ ਵੱਡੀ ਗੁਪਤ ਗੱਲ ਕੀ ਹੋਏਗੀ? ਲੋਕਾਂ ਦੇ ਘਰਾਂ 'ਚ ਤੁਹਾਨੂੰ ਕਦੇ ਮਸ਼ੀਨਾਂ ਮਿਲ ਜਾਂਦੀਆਂ। ਕਦੇ ਇੱਕ ਵਾਰੀ ਮੈਂ ਪਟਿਆਲੇ ਤੋਂ ਜਾ ਰਿਹਾ ਸੀ, ਬੱਸ 'ਚ ਪਈ ਦੇਖੀ, ਮੈਨੂੰ ਆਹ ਸ਼ਕਲ ਤੋਂ ਹੁਣ ਪਤਾ ਵੀ ਜਦ ਬੰਦ ਹੋਵੇ ਤਾਂ ਇਹੀ ਜੀ ਸ਼ਕਲ ਹੁੰਦੀ ਹੈ। ਮੈਨੂੰ ਉਹਦੇ ਸ਼ੱਕ ਪਿਆ ਸੀ, ਪਰ ਅੱਜ ਮੈਨੂੰ ਪੱਕਾ ਹੋ ਗਿਆ ਵੀ ਉਹ EVM ਮਸ਼ੀਨ ਵਾਸਤੇ ਪਈ ਸੀ। 2019 ਦੀਆਂ ਚੋਣਾਂ ਵੇਲੇ ਦੀ ਗੱਲ ਹੈ ਇਹ। ਸੋ ਇਸ ਕਰਕੇ ਇਹ ਜਿਹੜਾ ਪਾਰਟ ਹੈ ਨਾ, ਇਹ ਸੋਚਣ ਦੀ ਲੋੜ ਹੈ, ਕਿਉਂਕਿ 39.5 ਲੱਖ EVM ਜਿਹੜੀਆਂ ਮਸ਼ੀਨਾਂ ਵੇਚਣ ਵਾਲੀ ਕੰਪਨੀ, ਉਹ ਕਹਿੰਦੇ ECI ਨੇ ਸਾਡੇ ਤੋਂ ਖਰੀਦੀ ਹੈ। ਪਰ ਜਿਹੜਾ ECI ਕਹਿੰਦਾ ਵੀ ਸਾਡੇ ਕੋਲ ਤਾਂ 20 ਲੱਖ ਹੈ, 19.5 ਲੱਖ ਇੱਥੇ ਗਈ। ਸੋ ਸਾਨੂੰ ਬਹੁਤ ਕੁਛ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਉਹ ਧਿਆਨ ਜੇ ਨਹੀਂ ਦਿਆਂਗੇ, ਲੋਕ ਕਹਿੰਦੇ ਨੇ EVM, ਹੁਣ ਉਹ ਕਹਿਣਗੇ ਵੀ ਚੱਲ ਇਹ ਜਿੱਤ ਗਈ ਹੈ, ਪਹਿਲਾਂ ਵੀ ਬੜਾ ਕੁਛ ਹੈ। ਲੋਕਾਂ ਕੋਲ ਬਹੁਤ ਕੁਛ ਹੈ ਕਹਿਣ ਨੂੰ, ਤੇ ਬਹੁਤ ਕੁਛ ਹੈਗਾ। ਉਹਦੇ ਵਿੱਚ ਜਾਣ ਦੀ ਬਜਾਏ ਅੱਜ ਜਿਹੜੇ ਕਹਿੰਦੇ ਨੇ ਇਹਨਾਂ ਨੂੰ ਵੀ ਇਹ ਤਾਂ ਜੀ ਦਿੱਲੀ ਦੇ ਪਲਾਂਟ ਨੇ, ਉਹਨਾਂ ਨੇ ਕਹਿਣਾ ਹੀ ਹੈ ਸੁਖਬੀਰ ਬਾਦਲ ਹੋਰਾਂ ਤੋਂ, ਸ਼੍ਰੋਮਣੀ ਅਕਾਲੀ ਦਲ ਤੋਂ, ਇਹ ਵੀ 9 ਮਾਸ ਦਾ ਰਿਸ਼ਤਾ ਜਿਹਦਾ ਹੋਵੇ ਉਹ ਪਲਾਂਟ ਹੋਊਗਾ ਜਾਂ ਦੂਜਾ ਹੋਊਗਾ। ਜਿਹਨੇ ਸਾਰਾ, ਕੇਜਰੀਵਾਲ ਤਾਂ ਉਹੀ ਹਿੰਦੂ ਧਰਮ ਵਾਲਾ ਹੀ ਹੈ, ਇਹ ਤਾਂ ਕੋਈ ਸ਼ੱਕ ਨਹੀਂ ਨਾ। ਪਰ ਸੁਖਬੀਰ ਬਾਦਲ ਹੋਰੀ ਤਾਂ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਧਰਮ ਦੇ ਨਾਂ 'ਤੇ ਪਾਰਟੀ ਬਣੀ ਹੈ। ਸੰਵਿਧਾਨ ਭਾਵੇਂ 2 ਰੱਖ ਲਏ, ਇੱਕ ਉਹਦੇ ਉੱਤੇ ਝਗੜਾ ਵੀ ਪਿਆ ਹੋਇਆ, ਇਹਨਾਂ ਦੇ ਵਿਰੁੱਧ ਕੇਸ ਵੀ ਹੋਇਆ ਹੈ। ਤੇ ਪਰ ਉਹ ਤਾਂ ਸਾਰਾ ਰਹਿੰਦੀ ਕਹਿੰਦੇ ਸਾਡਾ ਤਾਂ 9 ਮਾਸ ਦਾ ਰਿਸ਼ਤਾ ਹੈ। ਉਹਨਾਂ ਨੇ ਤਾਂ ਸਾਰਾ ਇਤਿਹਾਸ, ਸਾਰੀਆਂ ਕਿਤਾਬਾਂ, ਸਾਰਾ ਆਪਦਾ 2 ਕਰੋੜ ਦੀ GST ਲੈਣ ਵਾਸਤੇ ਉਹਨਾਂ ਨੇ ਤਾਂ ਉਹਨੂੰ ਖਰੈਤੀ ਭੋਜਨ ਮੰਨ ਲਿਆ, ਆਪਦੇ ਪੰਗਤ ਨੂੰ, ਜਿਹੜਾ ਪੰਗਤ ਦੇ ਨਾਲ। ਸੋ ਇਸ ਕਰਕੇ ਉਹਨੂੰ ਕੀ ਕਹਾਂਗੇ ਫਿਰ ਆਪਾਂ? ਇਸੇ ਤਰ੍ਹਾਂ ਜਿਹੜਾ ਸਿਰਸਾ ਪਹਿਲਾਂ ਤਾਂ ਚੋਣ ਉਹਨਾਂ ਦੇ ਵੈਸੇ ਹੀ ਲੜਿਆ, ਉਹਨਾਂ ਦੀ ਉਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਥੱਲੇ, ਹੁਣ ਉਹਨਾਂ ਨਾਲ ਜਾ ਹੀ ਰਲਿਆ ਸਿੱਧਾ ਹੀ। ਜਿਹੜੇ ਇਹਨਾਂ ਦੇ ਬੰਦੇ ਟੁੱਟ ਕੇ ਜਾਈ ਜਾ ਰਹੇ ਨੇ BJP 'ਚ, ਉਹ ਕਿਵੇਂ ਟੁੱਟ ਕੇ ਗਏ? ਸੋ ਆਪਾਂ ਭੁਲੇਖਾ ਛੱਡ ਦਈਏ। BJP ਦੀ ਪੂਰੀ ਪਲਾਨ ਹੈ ਇੱਥੇ। ਹਿੰਦੂਆਂ ਨੂੰ ਤਾਂ ਉਹਦੇ ਨਾਲ ਉਹ ਸਮਝਦਾ ਹੈਗੀ ਨੇ, ਸਿੱਖਾਂ ਨੂੰ, ਕੁਛ ਇੱਕ ਅੱਧਾ ਮੁਸਲਮਾਨ ਵੀ ਆ ਜੇ ਉਹਨਾਂ ਨੂੰ, ਤੇ ਬਾਕੀ ਸ਼ਡਿਊਲਡ ਕਾਸਟਾਂ ਨੂੰ ਨਾਲ ਲੈ ਕੇ ਪੰਜਾਬ 'ਤੇ ਕਬਜ਼ਾ ਕਰਨ ਦੀ ਚਾਲ ਹੈ ਉਹਨਾਂ ਦੀ। ਉਹਦਾ ਸਾਰਾ ਇਤਿਹਾਸ ਬਦਲ ਰਹੇ ਨੇ, ਇੱਥੇ ਡੈਮੋਗ੍ਰਾਫੀ ਬਦਲ ਰਹੇ ਨੇ। ਤੁਸੀਂ ਹੁਣ ਜਦ ਕਦੇ ਸੈਂਸਸ ਹੋਈ ਤੁਹਾਨੂੰ ਪਤਾ ਲੱਗ ਜੂਗਾ। ਸੋ ਇਹ ਕਹਿਣਾ ਵੀ ਇਹ ਇਹਨਾਂ ਦੇ ਜਿਹੜਾ ਸੀ ਇਹ ਦਿੱਲੀ ਨਾਲ BJP ਦੀ ਹੀ, ਠੀਕ ਹੈ, BJP ਵਾਲਾ ਆਈਡੀਓਲੋਜੀ ਹੈ, ਠੀਕ ਹੈ, ਉਹ ਕੋਈ ਆਲਟਰਨੇਟ ਪੋਲੀਟਿਕਸ ਨਹੀਂ ਦੇ ਰਹੇ। ਪਰ ਅੱਜ ਲੋਕ ਗਵਰਨੈਂਸ ਤੋਂ ਬਹੁਤ ਦੁਖੀ ਸੀਗੇ, ਦਫ਼ਤਰਾਂ 'ਚ ਧੱਕੇ ਖਾਂਦੇ ਸੀ, ਬੱਸਾਂ ਦੇ ਵਿੱਚ ਕਈ ਵਾਰ ਮਿਸਬਿਹੇਵ ਹੁੰਦਾ ਉਹਨਾਂ ਨਾਲ। ਮੇਰੇ ਨਾਲ ਖੁਦ ਹੋਇਆ, ਮੇਰੇ ਨਾਲ, ਮੈਂ ਜਿੱਥੇ ਜਾਣਾ
ਮੈਂ ਤਾਂ ਹੈਰਾਨ ਆ ਵੀ ਤੁਸੀਂ ਪੈਸੇ ਦੇਤੇ, ਬਸ ਸਾਡਾ ਤੁਹਾਡੀ ਬੱਸ ਨਹੀਂ ਖੜਾਉਣ ਨੂੰ ਤਿਆਰ, ਤੁਹਾਨੂੰ ਮਿਸਬਿਹੇਵ ਕਰਦਾ, ਬਸ ਉੱਥੇ ਖੜਾਤੀ, ਤੁਸੀਂ ਭੱਜ ਕੇ ਚੜ੍ਹਦੇ ਉਦੋਂ ਨੂੰ ਚਲਾ ਲੈਂਦਾ। ਜੇ ਤੁਸੀਂ ਕਹਿ ਦਿੰਦੇ ਹੋ ਭਾਈ ਖੜੀ, ਕਹਿੰਦਾ ਮੈਂ ਤਾਂ ਅੱਡੇ 'ਚ ਹੀ ਖੜੀ, ਕਹਿੰਦਾ ਨਾ ਉਹ ਅੱਡਾ ਹੈ ਤੇ ਨਾ ਗਾਹਾਂ ਜਾ ਕੇ ਅੱਡੇ 'ਤੇ ਖੜੀ ਕਰ ਰਿਹਾ, ਮਿਸਬਿਹੇਵ ਕਰਨਾ ਸ਼ੁਰੂ ਕਰ ਦਿੰਦਾ। ਜਦ ਤੁਸੀਂ ਉਹਦੀ ਸ਼ਿਕਾਇਤ ਕਰਦੇ, ਕਿਸੇ ਜਵਾਕ ਦੇ ਥੱਪੜ ਮਾਰਦਾ, ਉਹਨੂੰ ਮਰ ਜਾ। ਕੰਡਕਟਰ ਦੀ ਡਿਊਟੀ ਹੈ ਵੀ ਦੱਸੇ ਕਿਹੜਾ ਸਟੇਸ਼ਨ ਕਿੱਥੇ ਹੈ, ਬੱਸ 'ਚ ਬੈਠੇ ਨੂੰ ਕੀ ਪਤਾ, ਨਵਾਂ ਬੰਦਾ ਆਇਆ ਉਹ ਕਹਿੰਦਾ ਮੈਨੂੰ ਫਲਾਣੀ ਥਾਂ ਉਤਾਰਨੀ, ਤੇ ਉਹ ਤਾਂ ਸਟੇਸ਼ਨ ਦਾ ਪਤਾ ਹੀ ਨਹੀਂ ਲੱਗਿਆ, ਨਾ ਉੱਥੇ ਕੋਈ ਬੋਰਡ ਲੱਗਿਆ ਨਾ ਹੋਰ ਹੈ, ਤੁਸੀਂ ਬੱਸ ਰੇਲਵੇ ਫਾਟਕ ਤੇ ਰੋਕੀ ਲਾਏ, ਉਰੇ ਉੱਤਰ ਜਾਓ ਭਾਈ, ਉਹ ਸਟੇਸ਼ਨ ਉਹ ਅੱਡਾ ਸੀ। ਸੋ ਇਹ ਜੇ ਮੈਂ ਰੋਜ਼ ਭੁਗਤਦਾ, ਕਿਉਂਕਿ ਮੈਂ ਸਿਫਾਰਸ਼ ਨਾਲ ਕੰਮ ਨਹੀਂ ਕਰਾਉਂਦਾ। ਇਹ ਜਿਹੜਾ ਬੇਇੱਜ਼ਤੀ ਹੁੰਦੀ ਹੈ, ਮੈਂ ਤੁਹਾਨੂੰ ਸੱਚੀ ਗੱਲ ਦੱਸਣਾ ਸੁਖਿੰਦਰ ਜੀ, ਇੰਨੀ ਪੜ੍ਹਾਈ ਕਰਨ ਤੋਂ ਬਾਅਦ, ਐਡੇ ਅਹੁਦਿਆਂ ਤੇ ਰਹਿਣ ਤੋਂ ਬਾਅਦ, ਇੰਨੀ ਪੈਨਸ਼ਨ ਮਿਲਦੀ ਹੈ, ਮੈਨੂੰ ਕਦੀ ਕਦੀ ਲੱਗਦਾ ਵੀ ਮੈਂ ਇਸ ਮੁਲਕ 'ਚ ਜੰਮ ਕੇ ਕੀ ਗਲਤੀ ਹੋ ਗਈ ਮੇਰੀ। ਜਿੱਥੇ ਜਾਓ, ਡਾਕਖਾਨੇ ਜਾਓ, ਤੁਹਾਡੀ ਬੇਇੱਜ਼ਤੀ ਕਰਦੇ ਨੇ, ਬੈਂਕ 'ਚ ਜਾਓ, ਤੁਹਾਡੀ ਬੇਇੱਜ਼ਤੀ ਕਰਦੇ ਨੇ ਗਲਤੀ ਕਰਕੇ। ਆ ਤੁਹਾਨੂੰ ਛੋਟੀ ਜਿਹੀ ਗੱਲ ਦੱਸ ਦਿੰਦਾ, ਮੇਰੀ ਪੈਨਸ਼ਨ ਦੇ ਵਿੱਚ 85,000 ਰੁਪਈਆ ਵੱਧ ਦਿੱਤਾ। 2 ਫਾਰਮ ਪਾਰਟ ਹੁੰਦੇ ਨੇ, ਇੱਕ ਪਾਰਟ 'ਚ 85,000 ਵੱਧ ਦਿਖਾਇਆ, ਇੱਕ ਪਾਰਟ 'ਚ 85,000 ਘੱਟ, ਜੋ ਐਕਚੁਅਲ ਸੀ ਉਹ ਦਿਖਾਇਆ ਹੋਇਆ। ਜਦ ਮੈਂ ਰਿਟਰਨ ਭਰਨ ਲੱਗਿਆ, ਉਹ ਕਹੇ ਵੀ ਮੈਂ ਤਾਂ ਜਿਹੜਾ ਵੱਧ ਵਾਲਾ ਉਹ ਲੈਣਾ, ਫਾਰਮ ਹੀ ਨਾ ਟੇਕ ਓਵਰ ਕਰੇ। ਮੈਂ ਬੈਂਕ ਨੂੰ ਸ਼ਿਕਾਇਤ ਕਰਕੇ ਜ਼ੋਰ ਲਾ ਲਿਆ, ਮੈਨੂੰ ਪਹਿਲਾਂ ਟੈਕਸ ਵੱਧ ਦੇਣਾ ਪਿਆ, ਕਿਉਂਕਿ ਲਾਸਟ ਡੇਟ ਲੰਘ ਰਹੀ ਸੀ। 15 ਦਿਨ 'ਚ ਉਹਨਾਂ ਨੇ ਠੀਕ ਨਹੀਂ ਕਰਿਆ, ਔਰ ਜਾਣਬੁੱਝ ਕੇ ਖੁੰਦ ਖਾ ਕੇ, ਕਿਉਂਕਿ ਮੈਂ ਲਿਖਤਾ ਵੀ ਤੁਹਾਡੀ ਗਲਤੀ ਕਰਕੇ ਮੈਨੂੰ ਇਹ ਸਫਰ ਕਰਨਾ ਪੈ ਰਿਹਾ, ਇਸੇ 'ਚ ਖੁੰਦ ਖਾ ਗਏ। ਉਹ ਤਾਂ ਉਹਨਾਂ ਨੇ 1.5 ਮਹੀਨੇ 'ਚ ਠੀਕ ਕਰਤਾ। ਉੱਥੇ ਇਨਕਮ ਟੈਕਸ ਡਿਪਾਰਟਮੈਂਟ ਕੋਲੇ ਮੈਂ ਦੁਬਾਰਾ ਰਿਟਰਨ ਭਰੀ ਹੈ, ਕਿ ਤਾਂ ਮੈਨੂੰ ਦੁਬਾਰਾ ਰਿਟਰਨ ਭਰਨ ਦੀ ਸਜ਼ਾ ਮਿਲੀ ਨਾ। ਦੂਜੇ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਇਹ ਤੂੰ ਬੋਲੋ ਵੀ ਆਹ ਗਲਤੀ ਕਿਵੇਂ ਹੋ ਗਈ, ਕਿ ਸਾਡੀ ਤਾਂ ਕੋਈ ਕਸੂਰ ਹੀ ਨਹੀਂ। ਉਹਨੂੰ ਪੁੱਛਿਆ ਹਵਾ 'ਚ ਹੋ ਗਿਆ ਇਹ, ਅਰੇ ਵੀ ਤਾਂ ਠੀਕ ਕਰਿਆ ਜਿੱਦੇ ਮੈਂ ਇਹ ਕਿਹਾ ਵੀ ਤੁਹਾਡੇ 'ਤੇ ਮੈਂ ਮੁਕੱਦਮਾ ਇਹ ਕਰਨਾ ਹੈ ਕਿ ਮੇਰੇ ਬਣਦੇ ਤਾਂ ਜਿੰਨੇ ਤੁਸੀਂ ਲਿਖੇ ਨੇ ਉਨੇ ਹੀ ਸੀ, ਕਿਉਂਕਿ ਮੈਂ ਤਾਂ ਰਿਟਰਨ ਵੀ ਭਰ ਚੁੱਕਿਆ, ਤੁਸੀਂ ਇਹ ਪੈਸੇ ਖਾ ਗਏ, ਮੈਨੂੰ ਦਿੱਤੇ ਨਹੀਂ, ਕਿਉਂਕਿ ਇਹਦਾ ਟੈਕਸ ਵੀ ਤੁਸੀਂ ਕੱਟਿਆ, ਜਾਂ ਤਾਂ ਟੈਕਸ ਨਾ ਕੱਟਿਆ ਹੁੰਦਾ। ਸੋ ਮੈਂ ਤਾਂ ਕਹਿਣਾ, ਜੇ ਮੇਰੇ ਵਰਗੇ ਬੰਦੇ ਨਾਲ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਡਾਕਖਾਨੇ 'ਚ, ਬੈਂਕ 'ਚ, ਬੱਸ 'ਚ ਇਹ ਸਾਰੇ ਇੰਸੀਡੈਂਟਸ ਹੋਏ ਹੋਏ ਦੱਸ ਰਿਹਾ, ਤੇ ਜੇ ਇਹ ਆਮ ਬੰਦੇ ਦਾ ਕੀ ਹਾਲ ਹੁੰਦਾ ਹੋ। ਸੋ ਭਗਵੰਤ ਮਾਨ ਨੇ ਸਹੀ ਨਬਜ਼ ਰੱਖੀ ਹੈ ਵੀ ਪਹਿਲਾਂ ਗਵਰਨੈਂਸ ਸੁਧਾਰਾਂਗੇ। ਮੇਰੇ ਕੋਲ ਵੀ ਬੜੇ ਫੋਨ ਆਉਂਦੇ ਨੇ, ਆਮ ਲੋਕ ਜਿਹੜੇ ਉਹ ਇੰਨੇ ਪਰੇਸ਼ਾਨ ਨੇ, ਉਹ ਕਹਿੰਦੇ ਕਿ ਅਸੀਂ ਮਾਣ ਨਾਲ ਜਿਉਣਾ ਚਾਹੁੰਦੇ ਹਾਂ, ਅਸੀਂ ਟੈਕਸ ਦਿੰਦੇ ਹਾਂ ਹਰ ਚੀਜ਼ ਦਾ, ਭਾਵੇਂ ਰੁਪਈਏ ਦੀ ਚੀਜ਼ ਲਈਏ ਤਾਂ ਵੀ ਟੈਕਸ ਦੇਤਾ, ਤੇ ਸਰਕਾਰਾਂ ਜਿਹੜੀਆਂ ਉੱਤੇ ਅਫਸਰਸ਼ਾਹੀ ਮੇਨ ਤਾਂ ਡਾਕਟਰ ਸਾਹਿਬ, ਫਿਰ ਅਫਸਰਸ਼ਾਹੀ ਤੇ ਸਵਾਲ ਉੱਠਦਾ ਨਾ, ਕਿ ਤਾਂ ਹੀ ਫਿਰ ਕਾਰਪੋਰੇਟ ਦੇ ਹੱਥਾਂ 'ਚ ਜਾਂਦਾ ਸਾਰਾ ਕੁਝ, ਜੇ ਸਰਕਾਰੀ ਬਾਬੂ ਨੇ ਤੁਸੀਂ ਮੈਨੂੰ ਐਂ ਦੱਸੋ ਵੀ ਅਫਸਰਸ਼ਾਹੀ, ਜਿਹੜਾ ਕੰਡਕਟਰ ਹੈ ਉਹ ਅਫਸਰਸ਼ਾਹ ਨਹੀਂ, ਉਹ ਕੰਡਕਟਰ ਅਫਸਰਸ਼ਾਹੀ ਹੈ, ਮਾਸਟਰ ਅਫਸਰਸ਼ਾਹ ਨਹੀਂ, ਡਾਕਟਰ ਅਫਸਰਸ਼ਾਹ ਨਹੀਂ, ਨਰਸ ਅਫਸਰਸ਼ਾਹ ਨਹੀਂ, ਸਾਰਾ ਅਮਲਾ ਤੁਹਾਨੂੰ ਮਿਸਬਿਹੇਵ ਕਰਦਾ ਜਿੱਥੇ ਜਾਂਦੇ ਹੋ। ਅਮਲੇ ਨੇ ਤਨਖਾਹ ਲੈ ਕੇ ਤੁਹਾਨੂੰ ਵੀਰ ਭਾਈ ਨਾਲ ਗੱਲ ਕਰਨ ਦੀ ਬਜਾਏ ਤੁਹਾਨੂੰ ਪੁੱਠਾ ਹੀ ਬੋਲਦਾ, ਕੰਮ ਨਹੀਂ ਕਰਦਾ, ਗੇੜੇ ਲਵਾਈ ਜਾਂਦਾ, ਪਰਸੋਂ ਨੂੰ ਆਈ, ਚੌਥੇ ਨੂੰ ਆਈ। ਮੈਨੂੰ ਕੋਈ ਦੱਸੇ ਤਾਂ ਸੀ ਨਾ, ਕੋਈ ਕਾਰਨ ਤਾਂ ਦੱਸੇ, ਜਿਹੜਾ ਸਧਾਰਨ ਬੰਦੇ ਨਾਲ ਇੰਨਾ ਮਿਸਬਿਹੇਵ ਕਰਦੇ ਨੇ। ਉਹ 'ਚ ਅਫਸਰਸ਼ਾਹੀ ਦੀ ਭੂਮਿਕਾ ਤਾਂ ਹੈਗੀ ਹੈ, ਕਿਉਂਕਿ ਜੇ ਅਫਸਰ ਸਿੱਧਾ ਕਰਨਾ ਚਾਹੇ, ਮੈਂ ਤੁਸੀਂ ਦੇਖੋ, ਤੁਸੀਂ ਜਿੱਥੇ ਵੀ ਹੋ, ਜਿਹੜੇ ਵੀ ਮਰਜ਼ੀ ਮਹਿਕਮੇ 'ਚੋਂ, ਉੱਥੇ ਮਹਿਕਮੇ ਜੇ ਇਹ ਹੋਵੇ ਕਿ ਜਿਹੜਾ ਸਾਡੇ ਕੋਲ ਕੰਮ ਕਰਾਉਣ ਆਉਂਦਾ ਹੈ, ਜਿਹਨੂੰ ਕਹਿੰਦੇ ਲਾਭਪਾਤਰੀ ਆਪਾਂ ਮੰਨ ਲਓ, ਕਸਟਮਰ ਕਹਿ ਲਓ, ਜੋ ਮਰਜ਼ੀ ਕਹਿ ਲਓ, ਜਿਹੜਾ ਬੰਦਾ ਤੁਹਾਡੇ ਕੋਲ ਆਇਆ ਉਹਦਾ ਕੋਈ ਰਾਈਟ ਹੈ ਕਿ ਤੁਸੀਂ ਉਹਨੂੰ ਬੰਦੇ ਦੀ ਤਰ੍ਹਾਂ ਸੇਵਾ ਦੇਣੀ ਹੈ। ਤੁਹਾਡਾ ਦਫ਼ਤਰ ਉਸ ਕੰਮ ਵਾਸਤੇ ਹੈ, ਤੁਹਾਡਾ ਕੰਮ ਇਸ ਵਾਸਤੇ ਨਹੀਂ ਵੀ ਤੁਸੀਂ ਉਹਦੀ ਝਾੜ ਝੰਮ ਕਰਨੀ ਹੈ, ਚਾਹੇ ਉਹ ਯੂਨੀਵਰਸਿਟੀ ਹੈ, ਚਾਹੇ ਉਹ ਕਾਲਜ ਹੈ, ਚਾਹੇ ਉਹ ਹਸਪਤਾਲ ਹੈ, ਚਾਹੇ ਉਹ ਬੈਂਕ ਹੈ, ਚਾਹੇ ਉਹ ਡਾਕਖਾਨਾ ਹੈ। ਉਹ ਜਿਹੜਾ ਨਾਗਰਿਕ ਤੁਹਾਡੇ ਕੋਲ ਆਇਆ ਉਹਦੇ ਕੁਛ ਰਾਈਟ ਨੇ, ਤੁਸੀਂ ਉਹਦੀ ਹਿਊਮਨ ਡਿਗਨਿਟੀ ਨੂੰ ਖਤਮ ਕਰ ਰਹੇ ਹੋ ਯਾਰ। ਮੈਂ ਤੁਹਾਨੂੰ ਕਹੀ ਜਾਂਦਾ ਵੀ ਮੈਂ ਜਿੱਦੀ ਬੰਦਾ, ਤੁਸੀਂ ਰੋਜ਼ ਸੁਣਦੇ ਹੋ ਮੈਨੂੰ, ਬੋਲਣੋਂ ਨਹੀਂ ਹਟਦਾ, ਯੂਨੀਵਰਸਿਟੀਆਂ ਮੈਂ ਦਿੰਦਾ ਉਹਦਾ ਹਿਸਾਬ ਕੋਈ ਨਹੀਂ। ਆ ਜਿਹੜੇ ਸਹਾਇਕ ਪ੍ਰੋਫੈਸਰ ਦੀ ਭਰਤੀ ਹੋਈ ਸੀ, ਮੈਂ ਯੂਨੀਵਰਸਿਟੀ ਨੂੰ ਲਿਖਿਆ, ਪਹਿਲਾਂ ਕਹਿੰਦੇ ਆਧਾਰ ਕਾਰਡ ਭੇਜੋ ਜੀ, ਕੋਈ ਲਾ ਨਹੀਂ ਹੈਗਾ ਕਿ ਉਹਦੀ ਆਇਡੈਂਟੀਟੀ ਮੰਗਣ, ਉਹ ਜ਼ਿਆਦਾ ਐਡਰੈਸ ਇੱਥੇ ਦਾ ਦਿੱਤਾ ਹੋਇਆ, ਉਹਨੂੰ ਕੋਈ ਰਾਈਟ ਹੀ ਨਹੀਂ ਹੈ। ਆਧਾਰ ਕਾਰਡ ਕਿਉਂ ਭੇਜਾਂ ਮੈਂ, ਪਰ ਮੈਂ ਭੇਜਤਾ ਵੀ ਚੱਲ ਕੀ ਪੰਗਾ ਲੈਣਾ, ਨਾਲ ਲਿਖਤਾ ਵੀ ਤੁਹਾਡੀ ਅਰਜੀ ਅਸੀਂ ਕਿਉਂਕਿ ਫਲਾਣਾ ਕੋਰਟ ਕੇਸ ਅਸੀਂ ਤਾਂ ਦੇਣੀ ਨਹੀਂ ਤੁਹਾਨੂੰ, ਫਿਰ ਮੁੜ ਕੇ ਭੇਜਤਾ ਵੀ ਇੰਨੇ ਰੁਪਏ ਸਾਨੂੰ ਭੇਜੋ, 2 ਵਾਰੀ ਅਸੀਂ ਤੁਹਾਨੂੰ ਰਜਿਸਟਰ ਚਿੱਠੀਆਂ ਪਾਈਆਂ ਨੇ ਤਾਂ ਅਸੀਂ ਤੁਹਾਨੂੰ ਭੇਜਾਂਗੇ, ਨਹੀਂ ਤੁਹਾਡੀ ਅਸੀਂ ਫਾਈਲ ਕਰ ਦੇਣੀ ਹੈ। ਇਦੋਂ ਵੱਡੀ ਤਾਨਾਸ਼ਾਹੀ ਕੋਈ ਹੋਏਗੀ? ਮੈਂ ਛੱਡ, ਮੈਂ ਇਹਨਾਂ ਤੋਂ ਲੈਣੀ ਹੋਈ ਨਹੀਂ ਦਿੰਦੇ ਨਾ ਸੀ, ਮੈਂ ਸਾਰਾ ਦਿਨ ਮੁਕੱਦਮੇ ਕਰਾਂਗਾ। ਤੁਸੀਂ ਜਿੱਦਾਂ ਮੈਨੂੰ ਚਿੱਠੀ ਲਿਖਦੇ ਹੋ ਕਿ ਤੁਹਾਡਾ ਜਿਹੜਾ ਹੈਗਾ, ਤੁਸੀਂ ਥੱਲੇ ਲਾਈਨ ਕਿਉਂ ਲਿਖੀ ਵੀ ਅਸੀਂ ਦੇਣੀ ਨਹੀਂ, ਤੁਸੀਂ ਮੈਨੂੰ ਇਹ ਕਹਿੰਦੇ ਹੋ ਵੀ ਤੇਰਾ 10 ਰੁਪਏ ਵਾਲਾ ਉਹ ਆਇਆ ਨਹੀਂ, ਠੀਕ ਹੈ ਨਾ, ਫਿਰ ਤੁਸੀਂ ਲਿਖੋ ਵੀ 10 ਰੁਪਏ ਵਾਲਾ ਭੇਜ ਦਿਓ, ਅਸੀਂ ਤੁਹਾਨੂੰ ਸੂਚਨਾ ਭੇਜ ਦਿੰਦੇ ਹਾਂ, ਨਾਲ ਹੀ ਇੰਨੇ ਪੈਸੇ ਹੋਰ ਭੇਜ ਦਿਓ, ਅਸੀਂ ਦੇਖ ਲਿਆ ਸੂਚਨਾ ਇੰਨੀ ਹੈ, ਲਾਅ 'ਚ ਲਿਖਿਆ, ਪਰ ਉਹ ਤਾਂ ਤੁਸੀਂ ਕਰਦੇ ਨਹੀਂ। ਤੁਸੀਂ ਕਹਿੰਦੇ ਹੋ ਤੇਰਾ ਡਰਾਫਟ ਨਹੀਂ, 10 ਰੁਪਏ ਦੇ ਆਏ ਨਹੀਂ ਪੋਸਟ ਆਰਡਰ,
ਤਾਂ ਨਹੀਂ ਅਸੀਂ ਸੂਚਨਾ ਦੇਣੀ। ਦੂਜੀ ਗੱਲ, ਸੂਚਨਾ ਅਸੀਂ ਦੇਣੀ ਨਹੀਂ ਕਿਉਂਕਿ ਕੋਰਟ 'ਚ ਕੇਸ ਚੱਲਦਾ ਹੈ। ਇਹਦਾ ਮਤਲਬ ਕੀ ਹੋਇਆ? ਫਿਰ ਆਧਾਰ ਕਾਰਡ ਲਾਓ ਜੀ ਨਾਲ। ਹੱਦ ਹੈ। ਤੁਸੀਂ ਇਹੀ ਭਕਾਉਣ ਦਾ ਤਰੀਕਾ ਹੈ। ਲਾ ਇਹ ਵੀ ਜਿਹੜਾ ਤੁਸੀਂ ਇੱਕ ਵਾਰੀ ਆਬਜੈਕਸ਼ਨ ਲਾਉਣਾ ਲਾ ਦਿਓ, 4 ਲਾ ਦਿਓ, 5 ਲਾ ਦਿਓ, ਉਦੋਂ ਮੁੜ ਕੇ ਦੁਬਾਰਾ ਆਬਜੈਕਸ਼ਨ ਨਹੀਂ ਲਾਉਣਾ। ਇਹ ਬਾਬੂ ਕੀ ਹੈ, ਅੱਜ ਤੁਸੀਂ ਉਹ ਦੂਰ ਕਰ ਦਿਓ, ਫਿਰ ਦੂਜਾ ਲਾ ਦਿੰਦੇ ਨੇ, ਫਿਰ ਤੀਜਾ। ਅਫਸਰ ਕੋਈ ਕੰਮ ਨਹੀਂ ਕਰਦੇ। ਆਪਾਂ ਨੂੰ ਇਹ ਇਹ ਗੱਲ ਮੰਨ ਕੇ ਚੱਲਣਾ ਪਊ। ਹਾਂਜੀ, ਇਹ ਸਾਰੇ ਸੁਧਾਰ ਨੇ ਜਿਹੜੇ ਕਰਨ ਵਾਲੇ ਨੇ। ਪੰਜਾਬ ਦੇ ਜਿਹੜਾ ਢਾਂਚਾ ਆ ਉਹ ਕਹਿੰਦੇ ਸਾਰਾ ਹੀ ਹਿੱਲਿਆ ਪਿਆ। ਪਰ ਉੱਪਰ ਦੀ ਜਦੋਂ ਗੱਲ ਆਉਂਦੀ ਹੈ, ਕਹਿੰਦੇ ਲੋਕਾਂ ਨੇ ਮੈਂਡੇਟ ਤਾਂ ਦੇਤਾ, ਸਾਫ਼ ਸਪਸ਼ਟ ਦੇਤਾ, ਪਰ ਮੁੱਖ ਮੰਤਰੀ ਕਹਿੰਦੇ 3 ਕੰਮ ਕਰਦੇ ਨਜ਼ਰ ਆਉਂਦੇ ਨੇ। ਸੈਂਟਰ ਪਾਵਰ ਦਾ ਜਿਹੜਾ ਸੈਂਟਰ ਹੈ ਉਹ ਦਿੱਲੀ ਬਣੂਗਾ, ਕੇਜਰੀਵਾਲ ਸਾਹਿਬ, ਦੂਜੇ ਨੰਬਰ ਤੇ ਰਾਘਵ ਚੱਡਾ, ਤੇ ਤੀਜੇ ਤੇ ਭਗਵੰਤ ਮਾਨ। ਇਸ ਤਰ੍ਹਾਂ ਦੀਆਂ ਜਦੋਂ ਚਰਚਾਵਾਂ ਛਿੜਦੀਆਂ, ਫਿਰ ਨਾਲ ਇੱਕ ਹੋਰ ਮੈਂ ਸਵਾਲ ਜੋੜ ਦਿੰਦਾ। ਉਹ ਕਹਿੰਦੇ ਕਿ ਹੁਣ ਬੇਅਦਬੀਆਂ ਦਾ ਇਨਸਾਫ, ਮਾਫੀਆ, ਇਹ ਸਾਰਾ ਕੁਝ, ਜਿੰਨੇ BBMB ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਦੀ ਪਰਾਲੀ ਦੇ ਧੂਏ ਦਾ, ਇਹ ਸਾਰੇ ਕਹਿੰਦੇ ਹੁਣ ਆਮ ਆਦਮੀ ਪਾਰਟੀ ਹੱਲ ਕਰੂਗੀ। ਮਤਲਬ ਇਹ ਤੰਜ ਵੀ ਕੱਸੇ ਜਾ ਰਹੇ ਨੇ ਕਿ ਇਹ ਹੱਲ ਹੋ ਜਾਣਗੇ, ਨਹੀਂ ਤੇ ਕਹਿੰਦੇ 5 ਸਾਲ ਡਾਂਗੋ ਡਾਂਗੀ ਹੋਏਗੀ। ਦੇਖੋ ਗੱਲ ਇਹ ਹੈ, ਇਹਨਾਂ ਨੇ ਤਾਂ ਫੈਸਲਾ ਕਰਿਆ ਟਿੰਡੇ 'ਚ ਕਾਨਾ ਪਾਉਣ ਦਾ। ਹੂੰ, ਲੋਕਾਂ ਨੇ ਮੈਂਡੇਟ ਦੀ ਡਿਸਰਿਸਪੈਕਟ ਕਰ ਰਹੇ ਨੇ। ਅਜੇ ਉਹਨਾਂ ਨੇ ਸਹੁੰ ਨਹੀਂ ਚੁੱਕੀ, ਅਜੇ ਰਿਜ਼ਲਟ ਪੂਰੇ ਨਹੀਂ ਆਏ ਜੀ। 3 CM ਹੋਣਗੇ। ਇੰਨੀ ਇਹਨਾਂ ਨੇ ਬੇਇੱਜ਼ਤੀ ਕਰੀ ਆ ਪੰਜਾਬ ਦੀ, ਔਰ ਪੰਜਾਬ ਦੇ ਲੋਕਾਂ ਨੇ ਉਸ ਤੇ ਇਹਨਾਂ ਨੂੰ ਸਬਕ ਸਿਖਾਇਆ ਹੈ। ਇਹਨਾਂ ਨੇ ਕਹਿਤਾ ਕੇਜਰੀਵਾਲ ਦੀ ਕੁੜੀ ਦਾ ਵਿਆਹ ਹੋਣਾ ਰਾਘਵ ਚੱਡੇ ਨਾਲ, ਉਹ ਇੱਥੇ ਡਿਪਟੀ CM ਬਣੇਗਾ। ਇਦੋਂ ਵੱਡੀ ਸ਼ਰਮ ਦੀ ਗੱਲ ਨਹੀਂ ਹੋ ਸਕਦੀ। ਪੰਜਾਬੀ ਕਦੇ ਕਿਸੇ ਦੀ ਧੀ ਦੇ ਉੱਤੇ ਇਦਾਂ ਦੀ ਉਂਗਲ ਨਹੀਂ ਉਠਾਉਂਦੇ। ਜਿਨ੍ਹਾਂ ਨੂੰ ਇਹ ਸ਼ਰਮ ਨਹੀਂ ਹੈ, ਇਹੋ ਜਿਹਾ ਪ੍ਰਚਾਰ ਕਰਦੇ ਨੇ, ਉਹਨਾਂ ਨੂੰ ਤੁਸੀਂ ਇਹ ਸੋਚਦੇ ਹੋ ਵੀ ਉਹ ਬੰਦੇ ਹੁਣ ਨਹੀਂ ਕਰਨਗੇ? ਉਹਨਾਂ ਨੂੰ ਪੁੱਛੋ, ਇਹ ਪ੍ਰਚਾਰ ਸਾਰੇ ਪਹਿਲਾਂ ਹੀ ਕਰੇ ਹੋਏ ਨੇ ਉਹਨਾਂ ਨੇ, ਅੱਜ ਨਹੀਂ ਕਰੇ। ਤੁਹਾਡੇ ਏਡੇ ਵੱਡੇ ਪ੍ਰਚਾਰ ਦੇ ਬਾਵਜੂਦ ਉਹ ਜਿੱਤੇ ਨੇ, ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਹੈ। ਤੁਹਾਨੂੰ ਲੋਕਾਂ ਦੀ ਅਕਲ ਤੇ ਵੀ ਯਕੀਨ ਨਹੀਂ। ਤੁਸੀਂ ਜ਼ੋਰ ਲਾ ਲਿਆ ਪ੍ਰਚਾਰ ਕਰਕੇ, ਤੁਹਾਡੀ ਗੱਲ ਨਹੀਂ ਸੁਣੀ, ਤੁਹਾਡੀ ਮੰਜੀ ਠੋਕਤੀ, ਤੁਹਾਨੂੰ ਫੇਰ ਸ਼ਰਮ ਨਹੀਂ। ਤੇ ਫਿਰ ਠੀਕ ਹੈ, ਤੁਸੀਂ ਰੌਲਾ ਪਾਉਣਾ। ਆਪ ਪਾਰਟੀ ਨੂੰ ਪਰ ਇਹ ਦੇਖਣਾ ਪਏਗਾ ਵੀ ਇਹ ਰੌਲੇ 'ਤੇ ਧਿਆਨ ਦੇਣ ਦੀ ਬਜਾਏ ਕੋਈ BBM ਦਾ ਮੁੱਦਾ ਤਾਂ ਸਾਰਿਆਂ ਵਾਸਤੇ ਠੀਕ ਮੁੱਦਾ ਲਿਆ ਹੋਇਆ ਉਹਨਾਂ ਨੇ। ਜਿਹੜਾ ਪਾਣੀਆਂ ਤਾਂ ਪਹਿਲੇ ਬੱਚਿਆਂ ਨੇ ਫੈਸਲਾ ਕਰਤਾ ਸੀ, ਇਹ ਤਾਂ ਜਾਣ ਕੇ ਤੋੜੀ ਖੜੀ ਕਰਦੇ ਨੇ। ਇਹਨੂੰ ਪੁੱਛੋ ਤੁਸੀਂ ਹੁਣ ਤੱਕ ਕੀ ਹੈ? ਤੁਹਾਡਾ ਤਾਂ 9 ਮਾਸ ਦਾ ਰਿਸ਼ਤਾ ਸੀ, ਉਹਦੇ ਕਰਾ ਲੈਂਦੇ ਫੈਸਲਾ। 9 ਮਾਸ ਦੇ ਰਿਸ਼ਤੇ 'ਚ ਤੁਸੀਂ ਨਹੀਂ ਕਰਾਏ। ਜਿਹੜਾ ਕਾਂਗਰਸੀ ਸੀ, ਉੱਤੇ ਵੀ ਕਾਂਗਰਸੀ ਸਰਕਾਰ, ਥੱਲੇ ਵੀ ਕਾਂਗਰਸ ਦੀ ਸਰਕਾਰ। 2004 'ਚ ਸਰਕਾਰ ਆ ਗਈ ਸੀ ਕੇਂਦਰ 'ਚ, UPA, ਤੇ 7 ਫਰਵਰੀ 'ਚ ਗਈ ਹੈ ਕੈਪਟਨ ਦੀ ਸਰਕਾਰ। ਉਦੋਂ ਕਰਾ ਲੈਂਦਾ, ਫਿਰ ਇੱਥੇ ਬਿੱਲ ਜੋ ਪਾਸ ਕਰਤਾ। ਸੋ ਇਹ ਕਹਿੰਦੀਆਂ ਨੇ, ਇਹ ਜਾਣਬੁੱਝ ਕੇ ਕਰਨਗੇ, ਇਹ ਹਰ ਵਕਤ ਸੋਨ ਖੜੀ ਰੱਖਣਗੇ। ਪਰ BJP ਨੂੰ ਇਹ ਦੇਖਣਾ, ਇਹਨੂੰ ਆਪ ਨੂੰ ਇਹ ਦੇਖਣਾ ਪਊਗਾ ਵੀ ਇਹ ਤਾਂ ਸਾਡੇ ਨਾਲ ਕਰਨਗੇ, ਪਰ ਅਸੀਂ ਜਿਹੜੇ ਇਹਨਾਂ ਨੇ ਜਿਵੇਂ ਆਊਟਲਾਈਨ ਕਰੀਆਂ, ਜਿਹੜੇ ਮੈਂ ਗੱਲਾਂ ਦੱਸੀਆਂ ਨੇ, ਜਿਹੜੇ ਬੰਦੇ, ਯਾਰ ਤੁਸੀਂ ਇੱਕ ਗੱਲ ਤਾਂ ਸ਼ਰਮ ਕਰ ਲਓ। ਹੁਣ ਤੁਸੀਂ ਹਾਰ ਕੇ ਹਟਿਓ, ਤੁਸੀਂ ਹੁਣੀ ਪ੍ਰਚਾਰ ਭੰਡੀ ਸ਼ੁਰੂ ਕਰਤਾ। ਇੱਕ ਦਿਨ ਪਾਣੀ ਪੀਣ ਜਿੰਨਾ ਤਾਂ ਸਮਾਂ ਲੈ ਲਓ, ਕਿਉਂਕਿ ਇਹਨਾਂ ਦੇ ਮਾਫੀਏ ਜਿਹੜੇ ਨੇ, ਇਹਨਾਂ ਨੇ ਜਿਹੜਾ ਇਹ ਕਹਿੰਦੇ ਨੇ ਡੀਰੇਲ ਕਰਨਾ। ਮੈਂ ਕਿਉਂ ਕਹਿਣਾ? ਮੈਂ ਗੱਲ ਭੁਗਤੀ ਹੋਈ ਹੈ। ਪੇਪਰ ਲੀਕ ਹੁੰਦਾ ਸੀ ਯੂਨੀਵਰਸਿਟੀ 'ਚ, ਸਾਰੇ ਸਾਡੇ ਖਿਲਾਫ ਬਣਾਤੇ। TC ਵੀ, SSP ਵੀ, ਪ੍ਰੈਸ ਵੀ, ਡਾਇਰੈਕਟਰ ਵੀ, ਸੈਕਟਰੀ ਵੀ, ਮੰਤਰੀ ਵੀ ਹੈ, ਤੇ ਸਟਾਫ ਵੀ ਵਿੱਚੋਂ ਜਿਹੜਾ ਚੋਰੀ ਕਰਦਾ ਸੀ, ਬੋਰਡ ਆਫ ਮੈਨੇਜਮੈਂਟ ਵੀ, ਫਾਈਨੈਂਸ ਕਮੇਟੀ ਵੀ, ਸਾਰੇ ਸਾਡੇ ਖਿਲਾਫ ਰੋਜ਼ ਲਿਖਦੇ ਸੀ, ਸਾਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰਦੇ ਸੀ। ਤੇ ਅਸੀਂ ਨਹੀਂ ਹੋਏ। ਪਹਿਲਾਂ ਉਹਨਾਂ ਨੇ ਥੋੜ੍ਹੀ ਦੇਰ ਕਰ ਵੀ ਲਿਆ। ਵਾਈਸ ਚਾਂਸਲਰ ਕਹਿੰਦਾ ਆਪਾਂ ਕੀ, ਉਹ ਸਟੇਟਮੈਂਟ ਦੇਣ ਲੱਗੇ, ਆਹ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਮੈਂ ਕਿਹਾ ਜੀ ਇਹ ਸਟੇਟਮੈਂਟ ਕਿਉਂ ਦੇਈ ਜਾਂਦੇ ਹੋ? ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਰਜਿਸਟਰ ਲੱਗੋ, ਤੁਹਾਨੂੰ ਕਈ ਵਾਰੀ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ, ਤੇ ਮੈਂ ਕਿਹਾ ਮੈਂ ਨਹੀਂ ਲੱਗਣਾ, ਤੁਸੀਂ ਤਾਂ ਰੋਜ਼ ਸਰਕਾਰ ਦੇ ਖਿਲਾਫ ਸਟੇਟਮੈਂਟਾਂ ਦੇਣ ਲੱਗ ਗਏ। ਕਹਿੰਦੇ ਪੈਸਾ ਤਾਂ ਦਿੰਦੀ ਨਹੀਂ ਕੋਈ ਸਰਕਾਰ। ਮੈਂ ਕਿਹਾ ਜਿੱਦੇ ਤੁਸੀਂ ਲੱਗੇ ਸੀ ਉਦੋਂ ਬਾਂਸੜੀ ਖੋਲ੍ਹੀ ਸੀ ਸਰਕਾਰ ਨੇ ਵੀ ਚੱਕ ਕੇ ਲੈ ਜਾਓ, ਤੁਹਾਨੂੰ ਨਹੀਂ ਪਤਾ ਸੀ। ਅਗਲੀ ਗੱਲ, ਤੁਹਾਨੂੰ ਪਤਾ ਸਰਕਾਰ ਪੈਸੇ ਨਹੀਂ ਦਿੰਦੀ, ਫਿਰ ਵਾਈਸ ਚਾਂਸਲਰ ਕਿਉਂ ਲੱਗੇ? ਛੱਡ ਦਿਓ। ਜੇ ਸਰਕਾਰ ਨੇ ਤਾਂ ਪੈਸੇ ਦੇਣਾ ਨਹੀਂ, ਸਰਕਾਰ ਨੇ ਤੁਹਾਨੂੰ ਇਸ ਵਾਸਤੇ ਲਾਇਆ ਵੀ, ਕਹਿੰਦੇ ਫਿਰ ਮੈਂ ਕਿਹਾ ਤੁਸੀਂ ਸਟੇਟਮੈਂਟ ਨਾ ਦਿਓ, ਮੇਰੀ ਜ਼ਿੰਮੇਵਾਰੀ ਹੈ, ਮੈਂ ਚਲਾਉਂ। ਸਾਨੂੰ ਪਤਾ ਹੈ ਵੀ ਜਿਹੜਾ ਪੇਪਰ ਰੋਜ਼ ਲੀਕ ਹੁੰਦਾ, ਲੋਕ ਤਾਂ ਉਹ ਤੋਂ ਦੁਖੀ ਨੇ। ਦੂਜੀ ਗੱਲ, ਕਰਪਸ਼ਨ ਹੋ ਰਹੀ ਸੀ, ਉਹੀ ਗੱਡੀਆਂ ਚਲਾਈ ਜਾ ਰਹੇ ਨੇ, ਉਹੀ। ਮੈਂ ਜਾਨਸਾਰ ਸਾਰੇ ਰਸਤੇ ਕਰਪਸ਼ਨ ਦੇ ਬੰਦ ਕਰੇ, ਤੇ ਜਾਨਸਾਰ ਪੇਪਰ ਲੀਕ ਦਾ ਬੰਦ ਕਰਿਆ। ਮਾਫੀਆ ਨੇ ਜ਼ੋਰ ਲਾ ਲਿਆ, ਅਖਬਾਰਾਂ 'ਚ, ਪ੍ਰੈਸ 'ਚ, ਹਰ ਤਰ੍ਹਾਂ ਕੋਰਟਾਂ 'ਚ ਮੁਕੱਦਮੇ ਪਾ ਕੇ। ਅਸੀਂ ਆਖਿਆ ਵੀ ਲਾ, ਦੇਖੀ ਜੋ ਹੁੰਦਾ। ਐ ਨਹੀਂ ਹੁੰਦਾ। ਤੁਹਾਨੂੰ ਡਟ ਕੇ ਗੱਲ ਸਮਝ ਆਉਣੀ ਚਾਹੀਦੀ ਹੈ। ਤੁਹਾਡਾ ਬਿਲਕੁਲ ਇਹ ਫੈਸਲਾ ਹੋਣਾ ਚਾਹੀਦਾ ਹੈ, ਜਿਵੇਂ ਮੈਂ ਯੂਨੀਵਰਸਿਟੀ ਡਿਕਲੇਅਰ ਕਰਤਾ ਜਾਨਸਰ, ਵੀ ਸਟੂਡੈਂਟ ਦੇ ਵਾਸਤੇ ਹੋਣਾ ਉਰੇ ਕੰਮ। ਸਟੂਡੈਂਟ ਦਾ ਕੋਈ ਇਨਸਲਟ ਨਹੀਂ ਹੋਣੀ ਚਾਹੀਦੀ, ਉਹਦਾ ਕੰਮ ਰੁਕਣਾ ਨਹੀਂ ਚਾਹੀਦਾ। ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਇਸ ਤੇ ਕਿਵੇਂ ਹੁੰਦੇ ਨੇ। ਇੱਕ ਦਿਨ ਮੈਂ ਦੇਖਿਆ ਟੈਂਟ ਲੱਗਿਆ ਹੋਇਆ ਬਾਹਰ। ਮੈਂ ਪੁੱਛਿਆ ਪੀਐਨ ਨੂੰ ਬੁਲਾ ਕੇ ਵੀ ਇਹ ਟੈਂਟ ਕਿਉਂ ਹੈ? ਕਹਿੰਦਾ ਜੀ ਪਤਾ ਨਹੀਂ, ਡਿਪਟੀ ਸਾਹਿਬ ਨੇ ਲਵਾਇਆ। ਉਹਨੂੰ ਬੁਲਾਇਆ,
ਕਹਿੰਦਾ ਸਰ, ਕਹਿੰਦਾ ਕਿ ਨਾ ਅੱਜ ਲਾਸਟ ਡੇ ਹੈ ਸ਼ਾਇਦ, ਕੀ ਹੈ ਫਾਰਮਾ ਦਾ, ਇਹ ਐਂਟਰੈਂਸ ਟੈਸਟ ਦਾ, ਜਿਹੜਾ ਦਾਖਲੇ ਦਾ MBBS ਦਾ। ਤੇ ਕਹਿੰਦਾ ਮੈਂ ਟੈਂਟ ਤਾਂ ਲਵਾਤਾ ਵੀ ਜੇ ਉਰੇ ਧੁੱਪ 'ਚ ਖੜੇ ਹੋਏ, ਕੁਰਸੀਆਂ ਲਵਾਤੀਆਂ, ਪਾਣੀ ਰਖਾਤਾ ਠੰਡਾ, ਵੀ ਜੇ ਤੁਹਾਡਾ ਕਮਰਾ ਨਾਲ ਹੈ, ਜੇ ਧੁੱਪ 'ਚ ਕੋਈ ਖੜਾ ਹੋਇਆ ਵੀ ਮੇਰੀ ਸ਼ਾਮ ਤਾਂ ਆ ਜਾਣੀ। ਮੈਂ ਚਲੋ ਵਧੀਆ ਕਰਿਆ। ਨਾਲ ਕਹਿੰਦਾ ਮੈਂ 7 ਖਿੜਕੀਆਂ ਖੜਾਤੀਆਂ ਤਾਂ ਕਿ ਲਾਈਨ 'ਚ ਨਾ ਖੜਾ ਹੋਣਾ ਪਵੇ। ਤੇ ਨਾਲ ਜੇ ਬਿਜਲੀ ਬੁਜਲੀ ਚਲੀ ਵੀ ਜਾਵੇ, ਮੋਹਰਾਂ ਬਣਵਾਤੀਆਂ ਹਰੇਕ ਖਿੜਕੀ ਦੀਆਂ ਵੱਖਰੀਆਂ, ਕਿ ਵੀ ਨੰਬਰ ਲਾ ਲਾ ਕੇ ਉਹਦੀ ਤਾਂ ਰਸੀਦ ਉਹਨੂੰ ਫੜਾਈ ਜਾਓ, ਉਹੀ ਮੋਹਰ ਦੂਜੇ ਪਾਸੇ ਫਾਰਮ ਤੇ ਲਾਈ ਜਾਓ, ਬਾਅਦ ਚੜਾ ਲਾਂਗੇ ਰਾਤ ਨੂੰ ਬੈਠ ਕੇ। ਇਹ ਹੁੰਦੀ ਆ। ਮੈਂ ਤਾਂ ਕੋਈ ਫਾਰਮ ਨਹੀਂ ਲੈ। ਇਹ ਗਵਰਨੈਂਸ ਦਾ ਸਵਾਲ ਹੈ। ਇਹ ਗਵਰਨੈਂਸ ਸਵਾਲ 'ਚ ਉੱਥੇ ਬੰਦਾ ਖੜਾ ਹੈ, ਉਹ 3 ਘੰਟੇ ਖੜਾ ਹੈ, ਧੁੱਪ 'ਚ ਖੜਾ ਹੈ, ਉੱਥੇ ਪੀਣ ਨੂੰ ਪਾਣੀ ਨਹੀਂ ਹੈ, ਉਦੋਂ ਫਾਰਮ ਹੀ ਨਹੀਂ ਲੈ ਰਹੇ। ਹੁਣ ਤਾਂ ਜੀ ਬਿਜਲੀ ਚਲੀ ਗਈ, ਹੁਣ ਤਾਂ ਜੀ ਕੰਪਿਊਟਰ ਕੰਮ ਨਹੀਂ ਕਰਦਾ ਜੀ ਸਾਡਾ। ਇਹ ਜਿਹੜੀਆਂ ਰੋਜ਼ ਦੇ ਇਹ ਜਿਹੇ ਬਹਾਨੇ ਨੇ ਨਾ, ਇਹ ਦਫ਼ਤਰ 'ਚ ਆਮ ਨੇ। ਕਿਉਂ? ਤਨਖਾਹਾਂ ਦਾ ਮਿਲਦਾ ਥੱਬਾ। ਹਾਲਾਂਕਿ ਉੱਥੇ ਤਾਂ ਤਨਖਾਹ ਬਹੁਤ ਥੋੜੀ ਸੀ ਯੂਨੀਵਰਸਿਟੀ 'ਚ, ਉਹ ਤਾਂ ਠੇਕੇ ਤੇ ਮੁਲਾਜ਼ਮ ਸੀਗੇ। ਤਨਖਾਹਾਂ ਦਾ ਥੱਬਾ ਮਿਲਦਾ, ਕੰਮ ਕੋਈ ਨਹੀਂ, ਚੰਗਾ ਖਾਣਾ ਮੰਦਾ ਬੋਲਣਾ। ਇਹ ਦਫ਼ਤਰਾਂ 'ਚ ਕੰਮ ਕਰਨਾ ਪਊਗਾ ਜੇ ਆਪ ਇਹ ਸੋਚਣ ਲੱਗ ਗਈ। ਦੂਜੇ ਪਾਸੇ ਬੋਲੀ ਜਾਣ, ਜੋ ਉਹਨਾਂ ਨੇ ਕਹਿਣਾ ਕਹਿਣ। ਜੋ ਇਹ ਕਹਿੰਦਾ ਰੋਜ਼ ਡੰਡਾ ਖੜਕੂ ਖੜਕਾ ਲੈਣ। ਡੰਡਾ ਤਾਂ ਇਹਨਾਂ ਨੇ ਖਾਲਿਸਤਾਨ ਦੇ ਨਾਅਰੇ ਡਾ ਕੇ ਨਹੀਂ ਖੜਕਾਉਣ ਦੀ ਕੋਸ਼ਿਸ਼ ਕਰੀ। ਲੋਕਾਂ ਨੇ ਸੁਣੇ ਉਹ? ਦੱਸ ਦਿਓ ਤੁਸੀਂ ਮੈਨੂੰ। 17 ਤਰੀਕ ਤੇ 20 ਤਰੀਕ ਦੇ ਵਿਚਾਰੇ ਜਿਹੜਾ ਡੰਡਾ ਖੜਕਾਉਣ ਦੀ ਕੋਸ਼ਿਸ਼ ਕਰੀ, ਉਹ ਨਹੀਂ ਲੋਕਾਂ ਨੇ ਸੁਣਿਆ। ਉਦੋਂ ਵੀ ਆ ਜਿਹੜਾ ਲਾਂਛਨ ਲਾਏ, ਉਹ ਨਹੀਂ ਸੁਣਿਆ। ਇਹਦਾ ਮਤਲਬ ਪੰਜਾਬ ਦੇ ਲੋਕਾਂ ਦੀ ਬੇਇੱਜ਼ਤੀ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੇ ਐਡਾ ਵੱਡਾ ਮੈਂਡੇਟ ਦਿੱਤਾ ਹੈ। ਇਹਨਾਂ ਨੂੰ ਇੰਨਾ ਵੀ ਸਬਰ ਨਹੀਂ। ਇਸ ਤੋਂ ਪਤਾ ਲੱਗਦਾ ਵੀ ਇਹ ਕਿੰਨੇ ਪੰਜਾਬ ਦੁਖੀ ਨੇ, ਇਹ ਕਿੰਨੇ ਆਪਦੇ ਮਾਫੀਆ ਨੂੰ, ਆਪਦੇ ਟੱਬਰਾਂ ਨੂੰ, ਆਪਦੇ ਬਿਜ਼ਨਸ ਨੂੰ ਅੱਗੇ ਲਿਜਾਣਾ ਚਾਹੁੰਦੇ ਨੇ। ਪੰਜਾਬ ਨੂੰ ਭਾਵੇਂ ਅੱਗ ਲੱਗੇ। ਕਈ ਤਾਂ ਕਹਿੰਦੇ ਕਿ ਇੰਨੀ ਖੁਸ਼ੀ ਤਾਂ ਆਮ ਆਦਮੀ ਪਾਰਟੀ ਦੇ ਜਿੱਤਣ ਦੀ ਨਹੀਂ ਹੈਗੀ, ਜਿੰਨੀ ਖੁਸ਼ੀ ਆ ਕਿ ਜਿਹੜੀਆਂ ਵੱਡੇ ਦਿੱਗਜ ਨੇ ਜਾਂ ਰਵਾਇਤੀ ਪਾਰਟੀਆਂ ਨੂੰ ਜਿਸ ਤਰੀਕੇ ਨਾਲ ਖੁੰਝੇ ਲਾਇਆ ਗਿਆ, ਬਾਦਲ ਸਾਹਿਬ ਦਾ ਹਾਰਨਾ, ਕੈਪਟਨ ਸਾਹਿਬ ਦਾ ਹਾਰਨਾ, ਹੋਰ ਵੱਡੇ ਵੱਡੇ ਚਿਹਰੇ ਬੜੇ ਹਾਰ ਗਏ। ਪਰ ਇਧਰੋਂ ਨਵਜੋਤ ਸਿੰਘ ਸਿੱਧੂ ਦਾ ਵੀ ਹਾਰਨਾ, ਇਹ ਵੀ ਆਪਣੇ ਆਪ 'ਚ ਬੜੇ ਸਵਾਲ ਖੜੇ ਕਰ ਦਿੰਦਾ। ਮਤਲਬ ਪੜਚੋਲ ਤਾਂ ਚੱਲਦੀ ਰਹਿਣੀ ਹੈ, ਇਹਨਾਂ ਮਸਲਿਆਂ ਦੇ ਉੱਤੇ ਸਵਾਲ ਲਗਾਤਾਰ ਉੱਠਦੇ ਰਹਿਣਗੇ ਕਿ ਆਖਿਰਕਾਰ ਨਵਜੋਤ ਸਿੱਧੂ ਕਿਵੇਂ ਹਾਰ ਗਏ, ਜਾਂ ਫਿਰ ਬਾਦਲਾਂ ਨੇ ਹਾਰਨ ਦਾ ਜਿਹੜਾ ਉਹ ਆਪਣਾ ਆਤਮ ਚਿੰਤਨ ਮੰਥਨ ਕਰਨਗੇ, ਹੁਣ ਅਸੀਂ ਕਿਉਂ ਹਾਰੇ, ਕਿਹੜੀਆਂ ਗਲਤੀਆਂ ਕੀਤੀਆਂ। ਦੇਖੋ ਗੱਲ ਇਹ ਹੈ, ਲੋਕਾਂ ਨੇ ਬੜੀ ਬਹਾਦਰੀ ਦਿਖਾਈ ਹੈ। ਉਹ ਇੰਨੀ ਹਾਰਨ ਦੀ ਖੁਸ਼ੀ ਤਾਂ ਚਲੋ ਹੁੰਦੀ ਹੋਈ ਹੈ, ਪਰ ਉਹਨਾਂ ਨੂੰ ਹਾਰਨ ਦੀ ਨਹੀਂ, ਉਹਨਾਂ ਨੂੰ ਜਿਤਾਉਣ ਦੀ ਖੁਸ਼ੀ ਹੈ। ਇਹ ਵੱਡੇ ਵੱਡੇ ਦਿਗਜ ਜਿਹੜਾ 5 ਵਾਰੀ ਦਾ ਮੁੱਖ ਮੰਤਰੀ ਅਗਲੇ ਨੇ ਹਰਾਤਾ, 92 ਸਾਲ ਦੀ ਉਮਰ 'ਚ ਉਹਨਾਂ ਨੂੰ ਲੜਨ ਦੀ ਕੀ ਲੋੜ ਸੀ ਚੋਣ, ਸਵਾਏ ਇਸ ਦੇ ਕਿ ਪੁੱਤਰ ਮੋਹ ਹੈ। ਧਿਰਤਰਾਸ਼ਟਰ ਤਾਂ ਸੱਚੀ ਮੁੱਚੀ ਉਹਦੇ ਨੇਤਰ ਨਹੀਂ ਸੀਗੇ। ਪਰ ਗੁਰੂ ਗ੍ਰੰਥ ਸਾਹਿਬ 'ਚ ਕਿਹਾ, ਬਾਦਲ ਸਾਹਿਬ ਵਾਸਤੇ ਸੱਚ ਹੁੰਦਾ, ਕਹਿੰਦਾ ਅੰਧੇ ਸੇ ਨਾ ਆਖੀਨ ਜਿਨ ਹਿਰਦੇ ਸੇ ਲੋਚਨ ਨਹੀਂ। ਕਹਿੰਦਾ ਜਿਨ੍ਹਾਂ ਦੀਆਂ ਸਰੀਰ ਤੇ ਅੱਖਾਂ ਨਹੀਂ ਹੈਗੀਆਂ ਉਹਨੂੰ ਅੰਨਾ ਨਹੀਂ ਕਹੀਦਾ, ਜਿਹੜਾ ਵਿਚਾਰਦਾ ਨਹੀਂ ਉਹ ਅੰਨਾ ਹੁੰਦਾ। ਸੋ ਨਹੀਂ ਵਿਚਾਰੇ ਵੀ ਤੋਂ ਉੱਠਿਆ ਜਾਂਦਾ ਨਹੀਂ। ਤੁਸੀਂ ਲੜ ਕੇ ਕੀ ਲੈਣਾ? ਉਹ ਠੀਕ ਹੈ, ਜਵਾਕਾਂ ਨੂੰ ਦੇਈ ਜੋ ਰਹੇ ਜਿਹੜੀ ਦੇਣੀ ਹੈ, ਪੁੱਤਰ ਮੋਚ ਕਰਿਆ ਉਹਨਾਂ ਨੇ। ਔਰ ਇਹ ਸਭ ਤੋਂ ਵੱਡੀ, ਹਾਲਾਂਕਿ ਬਾਦਲ ਸਾਹਿਬ ਇੰਨੇ ਉਹ ਨਹੀਂ ਸੀਗੇ, ਉਹ ਹੋਈ। ਇਸ ਤੋਂ ਅੱਗੇ ਕੈਪਟਨ ਸਾਹਿਬ ਨੇ ਜੋ ਮੈਂ ਤਾਂ ਇਹ ਕਰ ਦੂੰ, ਮੈਂ ਤਾਂ ਉਹ ਕਰ ਦੂੰ। 4.5 ਸਾਲ ਤੋਂ ਹੁਣ ਚੱਲ, ਪਿਛਲੀ ਵੀ ਛੱਡੋ, 4.5 ਸਾਲ 'ਚ ਕਰਿਆ ਕੀ ਹੈ? ਫਿਰ ਜਿਹੜੇ ਬਾਕੀ ਸੀਗੇ ਮਾਫੀਆ ਤਾਂ ਉਹੀ 70% ਵਾਲੇ ਤਾਂ ਉਹੀ ਸੀਗੇ। ਦਿੱਲੀ ਦੀ ਕਾਂਗਰਸ ਕਹਿਣ ਲੱਗੀ ਵੀ ਇਹ ਤਾਂ ਜੀ ਇਹ ਤਾਂ ਸਾਡੇ ਨਾਲ ਤਾਂ ਧੱਕਾ ਹੋਇਆ। ਧੱਕੇ ਹੋਏ ਦਾ ਰਿਜ਼ਲਟ ਨਿਕਲਿਆ ਜੋ 17 ਸੀਟਾਂ ਆਈਆਂ ਨੇ, ਸਿਰਫ 78 ਤੋਂ 17 ਤੇ ਆਉਣਾ, ਇਹ ਧੱਕੇ ਦਾ ਰਿਜ਼ਲਟ ਹੈ। ਕਹਿਣਾ ਵੀ ਇਹ ਤਾਂ ਧੱਕਾ ਹੋਇਆ ਜੀ ਸਾਡੇ ਨਾਲ। ਉਹ ਭਾਈ ਨਾ, ਉਹ ਕਾਂਗਰਸ ਨਾਲ ਹੋਰ 12 ਲੱਖ ਦੀ ਘੜੀ ਫੜੀ ਜਾ ਰਹੀ ਹੈ ਤੁਹਾਡੇ ਕੋਲੋਂ, ਰੇਟ ਦੇ ਉਹ ਫੜੇ ਜਾ ਰਹੇ ਨੇ। 10 ਕਰੋੜ ਰੁਪਇਆ ਘਰੋਂ 8 ਕਰੋੜ ਫੜਿਆ ਜਾਂਦਾ, 54 ਕਰੋੜ ਦੀ ਤੁਹਾਡੀ ਟ੍ਰਾਂਸੈਕਸ਼ਨ ਫੜੀ ਜਾਂਦੀ ਹੈ। ਤੁਸੀਂ ਫਿਰ ਕਹੀ ਜਾਂਦੇ ਬੜਾ ਧੱਕਾ ਹੋਇਆ। ਹੱਦ ਹੁੰਦੀ ਹੈ ਕੋਈ? ਕਿੱਥੋਂ ਆਇਆ ਪੈਸਾ ਉਹਦੇ ਕੋਲੇ? ਕਰਾਵੇ ਇਨਵੈਸਟੀਗੇਟ ਅੱਜ। ਸਾਡੇ ਵਰਗੇ ਤਾਂ ਇੰਨੀਆਂ ਤਨਖਾਹਾਂ ਲੈ ਕੇ ਘਰ ਖਰੀਦਣ ਤੋਂ ਔਖੇ ਰਹੇ ਨੇ, ਕਿਰਾਇਆ ਉਹ ਔਖੇ ਹੁੰਦੇ ਆ। ਇਹ ਕਹਿੰਦੇ ਵੀ ਆਏ ਆ ਜੀ। ਸਾਨੂੰ ਸਮਝਣਾ ਪਏਗਾ ਇਹ ਲਾਂਛਨ ਲਾ ਰਹੇ ਨੇ, ਪਰ ਲੋਕਾਂ ਨੇ ਬਹੁਤ ਵਧੀਆ ਕਰਿਆ ਵੀ ਸਭ ਨੂੰ ਦਿਖਾਤਾ। ਜਿਹੜਾ ਹੁਣ ਤੁਸੀਂ ਨਵਜੋਤ ਸਿੱਧੂ ਦਾ ਸਵਾਲ ਕਰਿਆ, ਨਵਜੋਤ ਸਿੱਧੂ ਨੂੰ ਹਰਾਉਣ ਵਾਸਤੇ ਲੋਕਾਂ ਨੇ ਤਾਂ ਜੋ ਕਰਨਾ ਸੀ, ਆਪਦਾ ਮੈਂਡੇਟ ਦੇਣਾ ਹੀ ਸੀ, ਪਰ ਉਹ ਤੇ ਸਾਰੇ ਇਕੱਠੇ ਹੋ ਗਏ ਸੀ। ਮਜੀਠੀਆ ਨੂੰ ਉੱਥੇ ਧੱਕਿਆ ਗਿਆ। ਉਹ ਮਜੀਠੀਆ ਦੀ ਸਮਾਂ ਕੀ ਸੀ? ਚਾਲ ਸੀ ਇਹਨਾਂ ਦੀ। ਚਾਲ ਇੱਕ ਵਾਰੀ ਅਮਰੀਕਾ ਸੈਕੰਡ ਵਰਲਡ ਵਾਰ ਵੇਲੇ ਰੂਸ ਤੇ ਜਰਮਨੀ ਨੂੰ ਲੜਾਉਣ 'ਚ ਅਮਰੀਕਾ ਦੀ ਚਾਲ ਸੀ। ਔਰ ਅਮਰੀਕਾ ਨੇ ਇੱਕ ਪਾਸੇ ਕਹਿਤਾ ਸੀ ਰੂਸ ਦੇ ਨਾਲ ਆ, ਤੇ ਅੰਦਰੋਂ ਅੰਦਰੀ ਇਹ ਫੈਸਲਾ ਰੱਖਿਆ ਵੀ ਦੋ ਨੇ ਯਾਰ, ਸਾਡੇ ਤਾਂ ਦੋਨੀ ਵਿਰੋਧੀ ਨੇ, ਇੱਕ ਤਾਂ ਮਰੂਗਾ। ਇਹ ਵੱਡੀ ਚਾਲ ਸੀ ਬੀਜੇਪੀ ਦੀ। ਇਹ ਆਪ ਵਾਲਿਆਂ ਦੀ ਚਾਲ ਨਹੀਂ ਸੀ, ਇਹ ਬੀਜੇਪੀ ਦੀ ਚਾਲ ਸੀ। ਸਿੰਘ ਫਸਾਦੇ ਦੋਨੀ ਗਏ। ਦੂਜਾ, ਸਾਰੀ ਕਾਂਗਰਸ ਸਿੱਧੂ ਨੂੰ ਹਰਾਉਣ ਤੇ ਲੱਗੀ ਹੋਈ ਸੀ। ਮੈਂ ਤਾਂ ਇਸ ਗੱਲ ਦੇ ਉੱਤੇ ਖੁਸ਼ ਹਾਂ, ਘੱਟੋ ਘੱਟ ਅਫਸੋਸ ਹੈ ਮੈਨੂੰ ਸਿੱਧੂ ਦੇ ਹਾਰਨ ਦਾ, ਪਰ ਰਾਜਾ ਵੜਿੰਗ ਜਿੱਤ ਗਿਆ।
ਇਹਨਾਂ ਦੇ ਮਨਪ੍ਰੀਤ ਦੀ ਵਿਰੋਧਤਾ ਦੇ ਬਾਵਜੂਦ ਮਨਪ੍ਰੀਤ ਹਾਰ ਗਿਆ, ਤਿੰਨੇ ਬਾਦਲ ਹਰਾਤੇ। ਫਿਰ ਸੁਖਪਾਲ ਖਹਿਰਾ ਜਿੱਤ ਗਿਆ, ਜ਼ੋਰ ਲਾ ਲਿਆ ਗੁਰਜੀਤ ਰਾਣੇ ਨੇ। ਫਿਰ ਪ੍ਰਗਟ ਸਿੰਘ ਜਿੱਤ ਗਿਆ, ਜ਼ੋਰ ਲਾ ਲਿਆ ਗੁਰਜੀਤ ਰਾਣੇ ਨੇ ਵੀ, ਇੱਧਰੋਂ ਚੰਨੀ ਸਾਹਿਬ ਦੇ ਰਿਸ਼ਤੇਦਾਰ ਨੇ ਵੀ। ਫਿਰ ਜਿਹੜਾ ਹੈ ਭਗਵੰਤ ਮਾਨ, ਉਹ ਤਾਂ ਵਾਕ ਓਵਰ ਹੀ ਕਰਿਆ। ਸੋ ਇਹ ਜਿਹੜਾ ਇਹਨਾਂ ਦੀ ਜਿਹੜੀ ਇਹਨਾਂ ਦੇ ਹੰਕਾਰ ਸੀਗੇ ਵੀ ਅਸੀਂ ਤਾਂ ਇਹਨੂੰ 5-6 ਬੰਦੇ ਸੀ ਜਿਹੜੇ ਪੰਜਾਬ ਦੀ ਗੱਲ ਕਰਨੋਂ ਕਦੇ ਵੀ ਨਹੀਂ ਹਟੇ। ਗਲਤੀਆਂ ਉਹਨਾਂ ਨੇ ਵੀ ਕਰੀਆਂ ਹੋਣਗੀਆਂ, ਕਿਸੇ ਤੇ ਬੋਰਡਬਾਨੀ ਦਾ ਰੌਲਾ ਪਾਤਾ, ਕਿਸੇ ਤੇ ਉਹ ਕਹਿਤਾ, ਕਿਸੇ ਤੇ ਕੁਛ ਕਹਿਤਾ, ਕਿਸੇ ਤੇ ਕੁਛ ਕਹਿਤਾ। ਉਹਨਾਂ ਨੇ ਪਰਫਾਰਮੈਂਸ ਕਰਨ ਦੀ ਕੋਸ਼ਿਸ਼ ਕਰੀ ਹੈ, ਉਹ 'ਚ ਸਫਲ ਹੋਏ ਨਾ ਹੋਏ ਵੱਖਰੀ ਗੱਲ ਹੈ। ਇਹ ਤਾਂ ਕੋਸ਼ਿਸ਼ ਹੀ ਨਹੀਂ ਕਰਦੇ ਸੀ, ਇਹ ਤਾਂ ਚੋਰੀ ਨੂੰ ਕੋਸ਼ਿਸ਼ ਕਹਿੰਦੇ ਸੀ। ਉਹਨਾਂ ਨੇ ਚੋਰੀ ਤਾਂ ਨਹੀਂ ਨਾ ਕਰੀ। ਦੱਸਣ ਇਹਨਾਂ 5-6 ਤੇ ਇਹ ਦੱਸਣ ਵੀ ਭਗਵੰਤ ਮਾਨ ਨੇ MP ਲੈਟ 'ਚ ਇਮਾਨਦਾਰੀ ਨਾ ਦਿਖਾਈ ਹੋਵੇ ਤਾਂ ਦੱਸਣ, ਜਾਂ ਇਹ ਰਾਜਾ ਵੜਿੰਗ ਨੇ ਆ ਜਿਹੜੇ ਟਰਾਂਸਪੋਰਟ ਮਾਫੀਆ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਨਾ ਕਰੀ ਹੋਵੇ ਤਾਂ ਦੱਸਣ। ਜੇ ਜਿਹੜਾ ਸੀ ਇਹ ਸਿੱਧੂ ਸਾਹਿਬ ਦੇ ਕਹਿਣ ਕਰਕੇ ਵੀ ਬਿਜਲੀ ਦੇ ਸਮਝੌਤੇ, ਰੇਤ ਦੇ ਉੱਤੇ ਗੱਲਾਂ ਨਾ, ਭਾਵੇਂ ਉਹ ਚੱਲੇ ਨਹੀਂ ਚੱਲੇ ਕਿਉਂਕਿ ਬਿਊਰੋਕ੍ਰੇਸੀ ਜਿਹੜੀ ਹੈ, ਤੁਸੀਂ ਅਨੁਸਾਰ ਲਾਤੇ। ਤੁਹਾਡਾ ਪ੍ਰਿੰਸੀਪਲ ਸੈਕਟਰੀ, ਤੁਹਾਡਾ DGP ਤੇ ਤੁਹਾਡਾ ਐਡਵੋਕੇਟ ਜਨਰਲ, ਤੇ ਉਹ ਬੇਅਦਬੀਆਂ ਦਾ ਜਿਹੜਾ ਕਾਂਡ ਸੀ ਉਹਦੇ ਵਿੱਚ ਤੁਸੀਂ SLP ਨਹੀਂ ਫਾਈਲ ਕਰ ਰਹੇ। ਤੇ ਜਦ ਐਡਵੋਕੇਟ ਜਨਰਲ ਬਦਲਿਆ ਗਿਆ ਕਿ ਜਿਹਨੂੰ ਸਿੱਧੂ ਸਾਹਿਬ ਨੇ ਕਿਹਾ ਸੀ ਉਹਨੂੰ ਲਾਉਣਾ ਚਾਹੀਦਾ, ਉਸ ਨੂੰ ਲਾਇਆ। ਉਹ SLP ਦੇ ਵਿੱਚ ਸੁਪਰੀਮ ਕੋਰਟ ਨੇ ਜੋ ਨੋਟਿੰਗ ਦਿੱਤੀ ਹੈ, ਜੋ ਆਪਣੀ ਚੀਫ ਜਸਟਿਸ ਸਾਹਿਬ ਦੇ ਬੈਂਚ ਨੇ, ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਤੁਸੀਂ ਕਰਿਆ ਕੀ ਸੀ। ਗੱਲਾਂ ਮਾਰੀ। ਉਹਨਾਂ ਕਹਿੰਦਾ ਜੱਜ ਦੇ ਕੋਲ ਇਹਦੇ ਕੋਲ ਜਾਣਾ ਹੀ ਨਹੀਂ ਚਾਹੀਦਾ, ਕੇਸ ਹੋਰ ਜੱਜ ਕੋਲ ਭੇਜੋ। ਇਹੋ ਜਿਹਾ ਫੈਸਲਾ ਅਸੀਂ ਕਦੇ ਨਹੀਂ ਦੇਖਿਆ, ਔਰ ਸੱਚ ਸੀ। ਮੈਨੂੰ ਉਦੋਂ ਲੱਗਦਾ ਸੀ, ਮੈਂ ਉਹ ਫੈਸਲਾ ਪੜ੍ਹ ਕੇ ਮੈਂ ਉਦੋਂ ਕਿਹਾ ਕਿਸੇ ਚੈਨਲ ਤੇ, ਮੈਂ ਕਿਹਾ ਯਾਰ ਇਹੋ ਜਿਹਾ ਤਾਂ ਕਦੇ ਫੈਸਲਾ ਸੁਣਿਆ ਨਹੀਂ। ਇਹ ਠੀਕ ਆ, ਮਾਨਯੋਗ ਹਾਈ ਕੋਰਟ ਨੇ ਕਰਤਾ ਤੇ ਕਰਤਾ, ਉਹਨੂੰ ਚੈਲੰਜ ਕਰਨਾ ਜ਼ਰੂਰੀ ਹੁੰਦਾ। ਇਹਨਾਂ ਨੇ ਨਹੀਂ ਕਰਿਆ ਸੀ। ਕਿਉਂ? ਕਿਉਂਕਿ ਉਹ ਤੁਸੀਂ ਸਾਈਆਂ ਭੈ ਕਤਵਾਲ, ਫਿਰ ਡਰ ਕੇ ਕਾਹੇਗਾ। ਸੋ ਇਸ ਕਰਕੇ ਸੁਖਵਿੰਦਰ ਜੀ, ਇਹ ਜਿਹੜੀਆਂ ਗੱਲਾਂ ਨੇ ਇਹ ਰਲੇ ਹੋਏ ਸੀ। ਜਿਹੜਾ ਪ੍ਰਿੰਸੀਪਲ ਸੈਕਟਰੀ ਲਾਇਆ ਅਨੁਸਾਰ, ਤੇ ਉਹਨੇ ਕੀ ਕਰਿਆ? ਉਹਦਾ ਤਾਂ ਹੈਲਥ ਦੇ ਵਿੱਚ ਉਹਨੇ ਪੱਠਾ ਬਿਠਾਇਆ ਹੋਇਆ ਸੀ, ਸਭ ਨੂੰ ਪਤਾ ਹੈ। ਫੂਡ ਸਾਰੀ ਮਾੜੀ ਆਉਂਦੀ ਸੀ, ਡਰੱਗ ਸਾਰੀ ਮਾੜੀ ਆਉਂਦੀ ਸੀ। ਉਹ ਫੂਡ ਕਮਿਸ਼ਨਰ ਵੀ, ਡਰੱਗ ਕਮਿਸ਼ਨਰ ਵੀ, ਮੈਡੀਕਲ ਐਜੂਕੇਸ਼ਨ ਦਾ ਵੀ, ਹੈਲਥ ਦਾ ਵੀ, ਏਡਜ਼ ਕੰਟਰੋਲ ਦਾ ਵੀ, ਬਿਲਡਿੰਗਾਂ ਬਣਾਉਣ ਦਾ ਵੀ, ਉਹ ਸਾਰੇ ਕਾਸੇ ਦੇ ਸੀ। ਉਹਨੂੰ ਪੁੱਛ ਲੈਣ। ਸੋ ਇਸ ਕਰਕੇ ਜਦ ਤੁਸੀਂ ਲੋਕਾਂ ਨੂੰ ਇਹ ਜਿਹੜੇ ਕਹਿਣ ਵਾਲੇ ਨੇ ਬੋਲੀਆਂ ਮਾਰਨੋਂ ਨਹੀਂ ਹਟਣਗੇ, ਬੋਲੀਆਂ ਮਾਰੀ ਜਾਣ। ਅੱਜ ਆਪ ਕੋਲੇ ਕੀ ਹੈ? ਇੱਕ ਗੱਲ ਉਹਨਾਂ ਨੇ ਕਹਿਤੀ ਵੀ ਅਸੀਂ ਵਿਰੋਧੀਆਂ ਨੂੰ ਕੁਝ ਨਹੀਂ ਕਹਿਣਾ। ਇਹ ਗੱਲ ਵਧੀਆ ਹੈ, ਨਾ ਉਹਨਾਂ ਤੇ ਕੋਈ ਕੇਸ ਬਣਾਉਣ ਦੀ ਲੋੜ ਆ। ਜੇ ਪਹਿਲਾਂ ਪੋਜ਼ਿਟਿਵ ਕੰਮ ਕਰੀਦਾ। ਦੂਜਾ, ਮੀਡੀਆ ਜਿੰਨਾ ਮਰਜ਼ੀ ਕ੍ਰਿਟੀਸਾਈਜ਼ ਕਰੇ, ਧਿਆਨ ਰੱਖਣ ਪਰ ਉਹਨੂੰ ਬੰਦ ਨਾ ਕਰਨ ਉਹਦਾ ਮੂੰਹ। ਕਿਉਂਕਿ ਜੇ 100 ਗੱਲਾਂ ਮੀਡੀਆ ਕਹੂਗਾ ਤਾਂ ਹੋ ਸਕਦਾ 10 ਸੱਚੀਆਂ ਵੀ ਹੋਣ। ਮੀਡੀਆ ਲੋਕਾਂ, ਜਿਹੜਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ, ਉਹਦੇ ਅੱਖ, ਕੰਨ, ਨੱਕ, ਜੀਭ ਸਭ ਕੁਝ ਉਹੀ ਹੁੰਦਾ, ਉਹਦੇ ਗਿਆਨ ਇੰਦਰੀ ਹੁੰਦਾ। ਤੇ ਉਹ ਗਿਆਨ ਇੰਦਰੀਆਂ ਤੋਂ ਗਿਆਨ ਲਈ ਜਾਣ। ਜਿਹੜਾ ਉਹਦੇ 'ਚ ਰੱਦੀ ਹੈ, ਆਪਾਂ ਕੋਈ ਸਮਾਨ ਨਹੀਂ ਆਉਂਦਾ ਆਪਣੇ ਘਰੇ, ਜਿਹੜਾ ਮਾੜਾ ਉਹਨੂੰ ਸੁੱਟ ਦਿੰਦੇ ਆ, ਜਿਹੜਾ ਸਾਫ਼ ਉਹਨੂੰ ਰੱਖ ਲੈਂਦੇ ਆ। ਹੁਣ ਜੇ ਅਸੀਂ ਆਖਿਆ ਜਾਂ ਤਾਂ ਅਸੀਂ ਬਿਲਕੁਲ ਹੀ ਸਾਰਾ ਉੱਦਾਂ ਹੀ ਰੱਖ ਲੈਣਾ, ਤੇ ਜਾਂ ਅਸੀਂ ਰੱਖਣਾ ਹੀ ਨਹੀਂ, ਫਿਰ ਤਾਂ ਮਾਰ ਖਾਵਾਂਗੇ। ਸਾਡੇ ਕੋਲ ਆਈ ਜਾਵੇ, ਉਹ 'ਚੋਂ ਜਿਹੜਾ ਠੀਕ ਹੈ ਰੱਖ ਲਾਂਗੇ, ਜਿਹੜਾ ਨਹੀਂ ਠੀਕ ਦਾ ਮੇਰਾ ਮਤਲਬ ਹੈ ਜਿਹੜੀ ਸਾਡੀ ਆਲੋਚਨਾ, ਕਬੀਰ ਸਾਹਿਬ ਨੇ ਕਿਹਾ, ਭਲੇ ਨਿੰਦੋ ਮੋਕ ਡੋਗਰੇ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਕ ਮੈਂ ਹੈ ਹਮਰਾ ਗੀਤ, ਨਿੰਦਕ ਹੈ ਸੋ ਹਮਰਾ ਮੀਤ। ਨਿੰਦਕ ਜਿਹੜਾ ਤੁਹਾਨੂੰ ਕ੍ਰਿਟੀਸਾਈਜ਼ ਕਰਦਾ, ਇੱਕ ਛੋਟੀ ਜਿਹੀ ਗੱਲ ਕਹਿ ਕੇ ਦੱਸਾਂਗਾ। ਸਾਨੂੰ ਤਾਰੀਫ ਬਹੁਤ ਜ਼ਿਆਦਾ ਕਰਤੀ, ਸਾਡਾ ਪੇਪਰ ਹੋਇਆ, ਉਹ ਤਾਰੀਫ ਨੇ ਮੈਨੂੰ ਚੌਕੰਨਾ ਕਰਤਾ ਵੀ ਤਾਰੀਫ ਇੰਨੀ ਕਿਉਂ ਕਰਦੇ? ਇਹਦਾ ਮਤਲਬ ਕੋਈ ਠੱਗੀ ਮਾਰੀ ਆ ਇਹਨਾਂ ਨੇ। ਅਸੀਂ ਉਹ ਠੱਗੀ ਫਾੜੀ। ਸਿਰਫ ਤਾਰੀਫ ਹੋਣ ਤੇ ਸਾਰੇ ਅਖਬਾਰ ਭਰੇ ਹੋਏ ਵੀ ਜਿਵੇਂ ਅਸੀਂ ਕਿਤੇ ਰੱਬ ਤੋਂ ਉੱਤੇ ਨਹੀਂ। ਯਾਰ ਇਹ ਤਾਂ ਹੋ ਨਹੀਂ ਸਕਦਾ, ਅਸੀਂ ਇੰਨੇ ਦੇਵਤੇ ਕਿੱਥੋਂ ਆ ਗਏ? ਇਹਦਾ ਮਤਲਬ ਇਹਨਾਂ ਨੇ ਠੱਗੀ ਮਾਰੀ ਆ ਕੋਈ। ਅਸੀਂ ਉਹ ਫੜ ਲਏ। ਠੱਗੀ ਕੀ ਸੀ? ਦੂਜਾ ਬੰਦਾ ਬਿਠਾਇਆ ਸੀ। ਅਸੀਂ ਕਿਹਾ ਹੋਰ ਤਾਂ ਕੋਈ ਪੇਪਰ ਨਹੀਂ ਲੀਕ ਕਰ ਸਕਦੇ, OMR ਸ਼ੀਟ ਨਹੀਂ ਬਦਲ ਸਕਦੇ, ਆਨਸਰ ਸ਼ੀਟ ਨਹੀਂ ਬਦਲ, ਨੰਬਰ ਨਹੀਂ ਵਧਾ ਸਕਦੇ, ਬੰਦਾ ਦੂਜਾ ਹੋ। ਅਸੀਂ ਠਾਹ ਕਰਕੇ ਸਾਰੀ ਚੰਗੀ, ਕਿਉਂਕਿ ਫੋਟੋਆਂ ਸਾਡੇ ਕੋਲ ਪਹਿਲਾਂ ਮੰਗਾਈਆਂ ਹੋਈਆਂ ਸੀ ਰਿਕਾਰਡ 'ਚ, ਉਹਦੇ ਨਾਲ ਠਾਹ ਵੀਡੀਓਗ੍ਰਾਫੀ ਅਸੀਂ ਕਰੀ ਹੋਈ ਸੀ ਬੱਚਿਆਂ ਦੀ, ਇਮਤਿਹਾਨ 'ਚ ਬੈਠਿਆਂ ਦੀ। ਅਸੀਂ ਫੜ ਲਏ। 6-6 ਮਹੀਨੇ ਬੇਲ ਨਹੀਂ ਹੋਈ। ਤਾਂ ਮੈਂ ਕਹਿਣਾ, ਜਦ ਤੁਸੀਂ, ਜੇ ਤੁਹਾਡੀ ਕੋਈ ਬਿਨਾਂ ਮਤਲਬ ਦੇ ਤਾਰੀਫ ਕਰਦਾ ਹੈ, ਸਮਝੋ ਵੀ ਕੋਈ ਗੜਬੜ ਹੈ। ਕ੍ਰਿਟੀਸਾਈਜ਼ ਬਿਨਾਂ ਮਤਲਬ ਦੇ ਕਰੀ ਜਾਵੇ, ਕੋਈ ਫਰਕ ਨਹੀਂ ਪੈਂਦਾ। ਤਾਰੀਫ ਨਾ ਬਿਨਾਂ ਮਤਲਬ ਦੇ ਸੁਣ। ਤਾਰੀਫ 'ਚ ਕਦੇ ਨਾ ਫੜੋ। ਤਾਰੀਫ ਤੇ ਸ਼ੰਕਾ ਕਰੋ। ਜਿਹੜਾ ਤੁਹਾਡੇ ਕੋਲ ਜਨਾਬ ਤੁਹਾਡੇ ਪੈਰੀਂ ਹੱਥ ਲਾਵੇ, ਉੱਤੇ ਸ਼ੰਕਾ ਰੱਖੋ। ਇਹ ਨਹੀਂ ਕਹਿਣਾ ਵੀ ਤੂੰ ਕਾਹਦੇ ਵਾਸਤੇ ਕਰੀ ਜਾਂਦਾ ਨਾ, ਐਂ ਤਾਂ ਫਿਰ ਤੁਹਾਡੇ ਕੋਲ ਆਉਣਾ ਹੀ ਹਟ ਕਰੀ ਜਾਣ, ਪਰ ਉਹ 'ਤੇ ਅਸਰ ਨਹੀਂ ਕਰਨਾ। ਇਸੇ ਕਰਕੇ ਬਾਬੇ ਨੇ ਕਿਹਾ, ਜੇ ਰਾਜ ਦੇ ਤਾਂ ਤੇਰੀ ਵਡਿਆਈ, ਜੇ ਭੀਖ ਮੰਗਾਏ ਤਾਂ ਕਿਆ ਘਟ ਜਾਏਗੀ। ਇਹ ਤਾਰੀਫ ਵੀ ਇਹੀ ਰਾਜ ਤੇ ਭੀਖ ਦਾ ਸਵਾਲ ਹੀ ਹੈ। ਸੋ ਇਸ ਕਰਕੇ ਨਿੰਦਕ ਤੋਂ ਹਮੇਸ਼ਾ ਨਿੰਦਕ 'ਚ ਧਿਆਨ ਰੱਖੀਦਾ।
ਪਰ ਨਿੰਦਕ ਦੇ ਨਾ ਤਾਂ ਉਹਨੂੰ ਕੁਛ ਪੁੱਠਾ ਕਹੀਦਾ ਵੀ ਇਹਦਾ ਕੀ ਹੈ ਜੀ, ਇਹਨੇ ਤਾਂ ਹੀ ਬੋਲਣਾ ਹੈ, ਤੇ ਨਾ ਇਹ ਕਰੀਦਾ ਹੁੰਦਾ ਵੀ ਉਹਦੀ ਸੁਣ ਕੇ ਹਰੇਕ ਤੇ ਸ਼ੰਕਾ ਕਰਨੀ ਸ਼ੁਰੂ ਕਰ ਦੋ। ਨਿੰਦਕ ਦਾ ਕੰਮ ਕੀ ਹੁੰਦਾ ਹੈ, ਜਿਹੜੇ ਦੋ ਦੋਸਤ ਨੇ ਉਹਨਾਂ ਨੂੰ ਚਪਾੜਾ ਪਾਊ, ਸਾਮ ਦਾਮ ਦੰਡ ਭੇਦ 'ਚ ਕੀ ਹੈ, ਦੋਸਤਾਂ 'ਚ ਪਾੜਾ ਪਾਊ, ਮਾੜੇ ਮੋਟੇ ਮਤਭੇਦ ਹੁੰਦੇ, ਇੱਕ ਦਾ ਵੀ ਤੇਜ਼ ਕਰੂ ਦੂਜੇ ਦਾ ਵੀ ਤੇਜ਼ ਕਰੂ, ਕਿਉਂਕਿ ਤਕੜਾ ਤਾਂ ਕੰਮ ਹੈ ਲੜਾਈ ਕਰਾਉਣਾ। ਦੂਜਾ ਕੀ ਹੈ, ਉਹਨੇ ਕ੍ਰਿਟੀਸਾਈਜ਼ ਕਰਨਾ ਹੈ, ਔਰ ਕਿਤੇ ਕਿਤੇ ਉਹਦਾ ਕ੍ਰਿਟੀਸਿਜ਼ਮ ਸੱਚੀ ਮੁੱਚੀ ਸੱਚਾ ਹੁੰਦਾ ਹੈ, ਉਹਨੂੰ ਠੀਕ ਕਰ ਦੋ ਬਸ। ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ ਬਾਬਾ।